हाँ जी प्यारे साथियों, सत श्री अकाल सारिਆਂ ਨੂੰ ਤੇ ਸਵਾਗਤ ਆ ਅੱਜ ਦੀ ਕਲਾਸ ਦੇ ਵਿੱਚ। ਤੇ ਆਪਾਂ ਕਰਦੇ ਪਏ ਆ NCERT ਦੀ ਪੋਲਿਟੀ 8ਵੀਂ ਕਲਾਸ ਦੀ। ਤੇ ਜਿਹੜੇ ਵੀਡੀਓ ਤੇ ਪਹਿਲੀ ਵਾਰੀ ਆਏ ਆ, ਮੇਰੀ ਕਰਵਾਈ ਹੋਈ ਪੋਲਿਟੀ ਪੇਪਰ 'ਚ ਆਣੀ ਹੀ ਆਣੀ, ਇਸ ਚੀਜ਼ ਦਾ ਮੇਰਾ ਵਾਅਦਾ। ਕਿਉਂਕਿ ਇੱਧਰ ਦੇਖੋ, ਸਾਡਾ ਪਹਿਲਾ ਕੁਐਸਚਨ ਹੈਗਾ ਵਾ ਮੇਰੇ ਹੱਥ ਦੇ ਵਿੱਚ PSTET ਦਾ ਕੁਐਸਚਨ ਪੇਪਰ ਆ 2022 ਵਾਲਾ ਪੇਪਰ ਆ ਮੇਰੇ ਹੱਥ ਦੇ ਵਿੱਚ। ਸਾਡਾ ਪਹਿਲਾ ਹੀ ਕੁਐਸਚਨ ਸੀਗਾ 91। ਠੀਕ ਹੈ, ਮੈਂ ਤੁਹਾਨੂੰ ਇੱਥੇ ਸੈੱਟ ਵੀ ਦੱਸ ਦਿੰਨੀ ਆ ਕਿ ਮੇਰੇ ਹੱਥ ਦੇ ਵਿੱਚ ਸੈੱਟ ਕਿਹੜਾ ਆ, ਆਰ ਸੈੱਟ। ਠੀਕ ਹੈ, ਜਿਨ੍ਹਾਂ ਦਾ ਆਰ ਸੈੱਟ ਆ, ਜਿਨ੍ਹਾਂ ਤੋਂ ਕੁਐਸਚਨ ਪੇਪਰ ਹੋਊਗਾ, ਠੀਕ ਹੈ, ਉਹ ਦੇਖ ਲਿਓ। ਪਹਿਲਾ ਹੀ ਕੁਐਸਚਨ ਹੈਗਾ ਸੀ 91 ਨੰਬਰ, ਹਿੰਦੂ ਉੱਤਰਾਧਿਕਾਰ ਸੋਧ ਐਕਟ 2005 ਦੇ ਅਨੁਸਾਰ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ। ਕੁਐਸਚਨ ਹੈਗਾ ਹੀ ਕੇਵਲ ਪੁੱਤਰ ਹੀ ਪਰਿਵਾਰਕ ਸੰਪत्ति ਲੈ ਸਕਦੇ ਹਨ। ਪੁੱਤਰ ਅਤੇ ਧੀਆਂ ਪਰਿਵਾਰਕ ਸੰਪत्ति ਦਾ ਇੱਕੋ ਜਿਹਾ ਹਿੱਸਾ ਲੈ ਸਕਦੇ ਹਨ, ਜਾਂ ਪੁੱਤਰ ਧੀਆਂ ਅਤੇ ਮਾਂ ਪਰਿਵਾਰਕ ਸੰਪत्ति ਦਾ ਬਰਾਬਰ ਹਿੱਸਾ ਲੈ ਸਕਦੇ ਹਨ। ਇਹਦੀ ਰਾਈਟ ਆਪਸ਼ਨ ਹੈਗੀ ਸੀ ਸੀ, ਕਿ ਜਿਹੜਾ ਹਿੰਦੂ ਉੱਤਰਾਧਿਕਾਰ 2005 ਐਕਟ ਆਇਆ ਸੀ, ਉਹਦੇ ਤਹਿਤ ਪੁੱਤਰ ਵੀ ਧੀਆਂ ਵੀ ਮਾਂ ਵੀ ਜਿਹੜੇ ਆ ਉਹ ਪ੍ਰਾਪਰਟੀ ਦੇ ਹੱਕਦਾਰ ਹੈਗੇ ਆ। ਤੇ ਤੁਸੀਂ ਇਹਦੀ ਥਿਊਰੀ ਜਾਣਨਾ ਚਾਹੁੰਦੇ ਹੋ ਬਰੀਕੀ ਦੇ ਨਾਲ, ਤੇ ਫਿਰ ਐਂਡ ਤੱਕ ਬਣੇ ਰਹੋ, ਕਿਉਂਕਿ ਅੱਜ ਮੈਂ ਇਸੇ ਹੀ ਇਹ ਜਿਹੜਾ ਕੁਐਸਚਨ ਆ ਨਾਲ ਦੀ ਨਾਲ ਮੈਂ ਤੁਹਾਨੂੰ ਦੱਸੂਗੀ ਵੀ ਇਹ ਕੁਐਸਚਨ ਕਿੱਥੋਂ ਆਇਆ। ਵੇਖੋ, ਜਦੋਂ ਅਸੀਂ NCERT ਦੀ ਗੱਲ ਕਰਦੇ ਆ ਨਾ, NCERT ਦੀ 8ਵੀਂ ਕਲਾਸ ਦੀ NCERT ਪੋਲਿਟੀ ਦੀ ਬੁੱਕ, ਚੈਪਟਰ ਕਿੰਨਾ, ਚੌਥਾ, ਕਾਨੂੰਨਾਂ ਦੀ ਸਮਝ, ਇਹਦੇ ਵਿੱਚੋਂ ਆਇਆ ਸੀ ਇਹ ਸਾਡਾ PSTET ਦੇ ਪੇਪਰ ਵਿੱਚ ਪਹਿਲਾ ਕੁਐਸਚਨ। ਕਲੀਅਰ ਹੋ ਗਿਆ। ਤੇ ਇਹਦੀ ਥਿਊਰੀ ਅੱਜ ਆਪਾਂ ਕਰਨ ਜਾ ਰਹੇ ਹਾਂ। ਦੂਜੇ ਕੁਐਸਚਨ ਤੇ ਆ ਜਾਓ। ਅਗਲਾ 93 ਨੰਬਰ ਕੁਐਸਚਨ ਸੀਗਾ, ਸੰਵਿਧਾਨ ਦਾ ਆਰਟੀਕਲ 22 ਅਤੇ ਅਪਰਾਧਿਕ ਕਾਨੂੰਨ ਹਰ ਗ੍ਰਿਫਤਾਰ ਕੀਤੇ ਵਿਅਕਤੀ ਨੂੰ ਹੇਠ ਲਿਖੇ ਮੌਲਿਕ ਅਧਿਕਾਰਾਂ ਦੀ ਗਾਰੰਟੀ ਦਿੰਦਾ ਹੈ। ਹੁਣ ਮੈਂ ਆਪਸ਼ਨਾਂ ਬੋਲੂੰਗੀ, ਤਾਂ ਜਿਨ੍ਹਾਂ ਨੇ ਇਹ ਥਿਊਰੀ ਮੇਰੇ ਤੋਂ ਕੀਤੀ ਆ ਪਿਛਲੇ ਦੋ ਦਿਨਾਂ ਦੇ ਵਿੱਚ, ਹਨਾ, ਮੈਂ ਕਰਵਾਈ ਸੀ, ਜਿਨ੍ਹਾਂ ਨੇ ਉਹ ਥਿਊਰੀ ਕੀਤੀ ਆ, ਤੇ ਐ ਧੜਾ ਧੜ ਕਮੈਂਟ ਕਰਕੇ ਦੱਸਣਾ ਵਾ, ਤੇ ਘੈਂਟ ਕਮੈਂਟ ਕਰਕੇ ਦੱਸ ਦੇਣਾ ਵਾ ਕਿ ਹਾਂ ਮੈਂ ਇਹ ਥਿਊਰੀ, ਹਾਂਜੀ ਜਾਂ ਸਰਬ ਤੁਸੀਂ ਇਹ ਥਿਊਰੀ ਕਰਵਾਈ ਆ। ਠੀਕ ਆ, ਤੇ ਤੁਸੀਂ ਕਮੈਂਟ ਕਰਕੇ ਦੱਸਣਾ ਵਾ ਤਾਂ ਕਿ ਬਾਕੀ ਬੱਚਿਆਂ ਨੂੰ ਪਤਾ ਲੱਗ ਸਕੇ। ਹੁਣ ਮੈਂ ਆਪਸ਼ਨਾਂ ਬੋਲੂੰਗੀ, ਫਿਰ ਤੁਸੀਂ ਦੱਸੋ, ਤੁਹਾਨੂੰ ਆਪਣੇ ਆਪ ਪਤਾ ਲੱਗ ਜੂਗਾ ਕਿ ਮੇਰਾ ਕਰਵਾਇਆ ਹੋਇਆ ਕੰਟੈਂਟ ਤੁਹਾਡੇ ਲਈ ਕਿੰਨਾ ਜ਼ਰੂਰੀ ਹੈ, ਤੁਹਾਡੀ ਜ਼ਿੰਦਗੀ ਬਦਲ ਸਕਦਾ। ਠੀਕ ਹੈ, ਦੇਖੋ ਮੈਂ ਆਪਸ਼ਨਾਂ ਬੋਲੂੰਗੀ, ਧਿਆਨ ਨਾਲ ਸੁਣਨਾ, ਕਿਉਂਕਿ ਸਾਨੂੰ ਉਹਨਾਂ ਨੇ ਪੁੱਛਿਆ ਵਾ ਆਰਟੀਕਲ 22 ਦੇ ਬਾਰੇ। ਵੇਖੋ, ਗ੍ਰਿਫਤਾਰ ਹੋਣ ਦੇ 24 ਘੰਟਿਆਂ ਦੇ ਅੰਦਰ ਜੱਜ ਸਾਹਮਣੇ ਪੇਸ਼ ਕਰਨ ਦਾ ਅਧਿਕਾਰ। ਦੂਜੀ, ਗ੍ਰਿਫਤਾਰ ਦੌਰਾਨ ਜਾਂ ਕੈਦ ਵਿੱਚ ਤਕਲੀਫ ਜਾਂ ਜਾਤਨਾ ਨਾ ਦੇਣ ਦਾ ਅਧਿਕਾਰ। ਪੁਲਿਸ ਕੈਦ ਵਿੱਚ ਕੀਤੇ ਕਬੂਲਨਾਮੇ ਨੂੰ ਦੋਸ਼ੀ ਵਿਰੁੱਧ ਸਬੂਤ ਵਜੋਂ ਨਾ ਵਰਤੇ ਜਾਣ ਦਾ ਅਧਿਕਾਰ। 15 ਸਾਲ ਤੋਂ ਘੱਟ ਉਮਰ ਦਾ ਲੜਕਾ ਅਤੇ ਔਰਤਾਂ ਨੂੰ ਕੇਵਲ ਪੁੱਛਗਿੱਛ ਲਈ ਪੁਲਿਸ ਸਟੇਸ਼ਨ ਬੁਲਾਏ ਜਾਣ ਦਾ ਅਧਿਕਾਰ। ਸੋ ਇਹਦੀਆਂ ਸਾਰੀਆਂ ਹੀ ਆਪਸ਼ਨਾਂ ਆਉਣੀਆਂ ਸੀ, ਡੀ ਆਪਸ਼ਨ ਇਹਦੀ ਰਾਈਟ ਆਉਣੀ ਹੀ। ਯਾਦ ਆ ਗਿਆ ਨਾ, ਕਰਵਾਇਆ ਹੀ ਨਾ ਆਰਟੀਕਲ 22। ਮੈਂ ਤੁਹਾਨੂੰ ਇਹ ਕਿਹਾ ਸੀ ਕਿ ਜਿਹੜੇ ਦੇ ਬੱਚੇ PSTET ਦੇ ਲਈ ਪੂਰੇ ਸਾਰੇ ਦੇ ਸਾਰੇ ਆਰਟੀਕਲ ਪੜ੍ਹੀ ਜਾਂਦੇ ਆ, ਕੁਝ ਵੀ ਕਿਧਰੇ UNO ਕਿਤੇ ਕੁਛ, ਤੁਹਾਨੂੰ ਇਦਾਂ ਦਾ ਪੇਪਰ ਨਹੀਂ ਆਉਣਾ। ਠੀਕ ਆ, ਸੌਰੀ, ਤੁਸੀਂ ਕਰੀ ਜਾਂਦੇ ਹੋ ਮਾਸਟਰ ਕੈਡਰ ਲੈਵਲ ਦੇ ਪੋਲਿਟੀ, ਤੁਹਾਨੂੰ ਉਦਾਂ ਦੀ ਪੋਲਿਟੀ ਨਹੀਂ ਆਉਣੀ, ਇਹ ਤੁਹਾਡਾ ਭੁਲੇਖਾ ਵਾ। ਠੀਕ ਹੈ, ਇਹ ਤੁਹਾਨੂੰ ਕੋਈ ਗਲਤ ਗਾਈਡ ਜਿਹੜਾ ਵਾ ਕਰ ਦਿੰਦਾ ਵਾ, ਤੁਹਾਨੂੰ ਇਦਾਂ ਦੇ ਕੁਐਸਚਨ ਆਉਣੇ। ਮੈਂ ਦੱਸਿਆ ਸੀ ਕਿ ਮੌਲਿਕ ਅਧਿਕਾਰਾਂ ਦੇ ਵਿੱਚੋਂ ਸਾਨੂੰ ਜ਼ਿਆਦਾ ਆਰਟੀਕਲ ਪੁੱਛੇ ਜਾਂਦੇ ਆ। ਅਸੀਂ ਸੋਚ ਲੈਂਦੇ 14 ਜੀ ਸਮਾਨਤਾ ਜਾਂ 17 ਜੀ ਛੂਆਛਾਤ ਦਾ, ਪਰ ਇਦਾਂ ਨਹੀਂ ਕਰਨੇ ਆਰਟੀਕਲ, ਕਿਉਂਕਿ ਜਿਹੜੇ ਆਰਟੀਕਲ ਮੈਂ ਕਰਵਾਏ ਆ ਉਹ ਕਲਾਸਾਂ ਜਾ ਕੇ ਦੇਖੋ। ਆਰਟੀਕਲ 22 ਕਹਿੰਦਾ ਸੀ, ਮੈਂ ਤੁਹਾਨੂੰ ਦੱਸਿਆ ਸੀ ਕਿ ਗ੍ਰਿਫਤਾਰ ਹੋਣ ਦੇ 24 ਘੰਟਿਆਂ ਦੇ ਅੰਦਰ ਉਹਨੂੰ ਜੱਜ ਦੇ ਸਾਹਮਣੇ ਪੇਸ਼ ਕਰਨਾ ਪਊਗਾ। ਜੇਕਰ ਪੁਲਿਸ ਏਦਾਂ ਨਹੀਂ ਕਰਦੀ ਤੇ ਪੁਲਿਸ ਤੇ ਕਾਰਵਾਈ ਹੋ ਸਕਦੀ। ਦੂਜੀ ਚੀਜ਼ ਕਿ ਜੇਕਰ ਉਹਨੂੰ ਕੈਦ ਕੀਤਾ ਵਾ ਤੇ ਕੈਦ ਦੇ ਦੌਰਾਨ ਉਹਨੂੰ ਕੋਈ ਵੀ ਜ਼ਿਆਦਾ ਫਿਜ਼ੀਕਲੀ ਜ਼ਿਆਦਾ ਮਤਲਬ ਕੁੱਟਮਾਰ ਉਹਦੇ ਨਾਲ ਨਹੀਂ ਕੀਤੀ ਜਾਊਗੀ। ਉਸ ਤੋਂ ਬਾਅਦ ਮੰਨ ਲਓ ਕਿ ਕੋਈ ਕਿਸੇ ਬੰਦੇ ਨਾਲ ਲੱਗਦਾ ਹੁੰਦਾ, ਕੋਈ ਨਿੱਜੀ ਦੁਸ਼ਮਣੀ ਹੁੰਦੀ ਆ, ਹਨਾ, ਤੇ ਭਾਵੇਂ ਉਹ ਕਿਸੇ ਹੋਰ ਕਾਰਨ ਕਰਕੇ ਫੜਿਆ ਗਿਆ ਤੇ ਉਹਦਾ ਵਿਰੋਧੀ ਕੋਈ ਉਹਦਾ ਦੁਸ਼ਮਣ, ਹਨਾ, ਕੋਈ ਉਹਦੇ ਖਿਲਾਫ ਜਾ ਕੇ ਗਵਾਹੀ ਦੇ ਦੇ, ਤੇ ਉਸ ਗਵਾਹੀ ਦੇ ਆਧਾਰ ਤੇ ਪੁਲਿਸ ਉਹ ਨਹੀਂ ਮੰਨੂਗੀ ਵੀ ਉਹ ਦੋਸ਼ੀ ਆ। ਜਿਹੜਾ ਤੀਜਾ ਪੁਆਇੰਟ ਆ ਰਿਹਾ, ਪੁਲਿਸ ਕੈਦ ਵਿੱਚ ਕੀਤੇ ਕਬੂਲਨਾਮੇ ਨੂੰ ਦੋਸ਼ੀ ਵਿਰੁੱਧ ਸਬੂਤ ਵਜੋਂ ਨਾ ਵਰਤੇ ਜਾਣ ਦਾ ਅਧਿਕਾਰ।
15 ਸਾਲ ਤੋਂ ਘੱਟ ਉਮਰ ਦੇ ਕੋਈ ਵੀ ਲੜਕੀ, ਔਰਤ, ਕੁੜੀ, ਮੁੰਡਾ ਜੋ ਵੀ 15 ਸਾਲ ਤੋਂ ਘੱਟ ਆ ਉਹਨੂੰ ਪੁਲਿਸ ਥਾਣੇ ਦੇ ਵਿੱਚ ਪੇਸ਼ ਨਹੀਂ ਕੀਤਾ ਜਾ ਸਕਦਾ। ਇਹ ਸਾਰੀ ਥਿਊਰੀ ਮੈਂ ਕਰਵਾਈ ਹੋਈ ਆ, ਠੀਕ ਹੈ। ਤੇ ਜਿਹੜੇ ਇਸ ਵੀਡੀਓ ਤੇ ਪਹਿਲੀ ਵਾਰੀ ਆਏ ਆ, ਮੈਂ ਵਾਰੀ-ਵਾਰੀ ਕਹਿ ਰਹੀ ਹਾਂ, ਮੇਰਾ ਕਰਵਾਇਆ ਹੋਇਆ ਕੰਟੈਂਟ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ। ਇਹ ਸਾਰੀ ਦੀ ਸਾਰੀ ਥਿਊਰੀ ਮੈਂ ਕਰਵਾ ਚੁੱਕੀ ਹਾਂ। ਇਸੇ ਹੀ ਵੀਡੀਓ ਦੀ ਪਲੇਲਿਸਟ ਜ਼ਰੂਰ ਚੈੱਕ ਕਰਿਓ। ਕਲੀਅਰ, ਠੀਕ ਆ। ਚੱਲੀਏ ਹੁਣ ਆਪਾਂ, ਕਿਉਂਕਿ ਆਪਾਂ ਜਿਹੜਾ ਧੀਆਂ ਪੁੱਤਰ ਵਾਲੇ ਅਧਿਕਾਰਾਂ ਦਾ ਵਾਲਾ ਹੀ, ਜਾਇਦਾਦ ਵਾਲਾ, ਇਹਦੀ ਸਾਰੀ ਥਿਊਰੀ ਆਪਾਂ ਕਰਨੀ ਆ। ਹੋਰ ਵੀ ਬੜੇ ਘੈਂਟ ਇਹਦੇ ਵਿੱਚ ਐਕਟ ਹੈਗੇ ਆ ਜਿਹੜੇ ਕਿ ਸਾਡੇ PSTET ਦੇ ਵਿੱਚ 100% ਪੁੱਛੇ ਜਾ ਸਕਦੇ ਆ। ਅੱਜ ਵਾਲੀ ਕਲਾਸ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਇਹ ਸੀ PSTET ਦਾ ਪੇਪਰ ਆਪਣੇ ਹੱਥ ਦੇ ਵਿੱਚ 2022 ਵਾਲਾ, ਠੀਕ ਆ। ਤੇ ਜਿਹੜਾ ਤੁਸੀਂ ਪੜ੍ਹ ਕੇ ਚਲ ਜਾਂਦੇ ਹੋ, ਸਾਰੇ ਆਰਟੀਕਲ ਪੜ੍ਹ ਲਏ, ਕਿਧਰੇ UNO ਪੜ੍ਹ ਲਿਆ, ਕਿਤੇ ਕੁਛ ਪੜ੍ਹ ਲਿਆ, ਹਨਾ, ਉਹ ਮਾਸਟਰ ਕੈਡਰ ਦੇ ਲੈਵਲ ਦੀ ਪੋਲਿਟੀ ਆ। ਪਰ ਸਾਡੇ ਪੇਪਰ ਦੇ ਵਿੱਚ ਕਿੱਦਾਂ ਦਾ ਕੰਟੈਂਟ ਆਉਂਦਾ ਉਹ ਸਾਰਾ ਮੈਂ ਤੁਹਾਨੂੰ ਅੱਜ ਦੱਸੂਗੀ। ਵੇਖੋ, ਜਦੋਂ ਅਸੀਂ ਕਾਨੂੰਨ ਦੀ ਸਮਝ ਦੀ ਗੱਲ ਕਰਦੇ ਹਾਂ, ਮਤਲਬ ਕਿ ਸਾਡਾ ਕਾਨੂੰਨ ਧਰਮ, ਜਾਤੀ, ਲਿੰਗ, ਧਰਮ ਦੇ ਆਧਾਰ ਤੇ, ਜਾਤੀ ਦੇ ਆਧਾਰ ਤੇ, ਲਿੰਗ ਦੇ ਆਧਾਰ ਤੇ ਕੋਈ ਵੀ ਭੇਦਭਾਵ ਨਹੀਂ ਕਰਦਾ। ਕਹਿੰਦੇ ਕਾਨੂੰਨ ਦੇ ਸ਼ਾਸਨ ਦਾ ਮਤਲਬ ਸਾਰੇ ਕਾਨੂੰਨ ਦੇਸ਼ ਦੇ ਸਾਰੇ ਨਾਗਰਿਕਾਂ ਲਈ ਸਮਾਨ ਰੂਪ ਵਿੱਚ ਲਾਗੂ ਹੋਣਗੇ, ਠੀਕ ਆ। ਹੁਣ ਬਹੁਤੇ ਆਪਾਂ ਕਾਨੂੰਨ ਦਾ ਸ਼ਾਸਨ ਅੱਜ ਤੱਕ ਆਪਾਂ ਸਕੂਲਾਂ 'ਚ ਵੀ ਪੜ੍ਹਦੇ ਆਏ ਇਹ ਸ਼ਬਦ, ਜਦੋਂ ਆਪਾਂ ਨਾਗਰਿਕ ਸ਼ਾਸਤਰ ਪੜ੍ਹਦੇ ਹੁੰਦੇ ਸੀ। ਹੁਣ ਤਾਂ ਨਾਗਰਿਕ ਸ਼ਬਦ ਵੀ ਕੱਟ ਦਿੱਤਾ ਗਿਆ ਨਾ। ਇਹ ਚੀਜ਼ ਮੈਂ ਤੁਹਾਨੂੰ ਪੈਡਾਗੋਜੀ 'ਚ ਕਰਵਾਉਂਗੀ, ਹਨਾ, ਕਿਉਂਕਿ ਉਹਦੇ ਥਾਂ ਤੇ ਸਮਾਜਿਕ ਵਿਗਿਆਨ ਜਿਹੜਾ ਨਾਮ ਆ ਨਾਗਰਿਕ ਸ਼ਾਸਤਰ ਦਾ ਉਹ ਵਰਤਦੇ। ਨਾਗਰਿਕ ਸ਼ਾਸਤਰ ਸ਼ਬਦ ਇਹਨਾਂ ਨੇ ਹਟਾ ਦਿੱਤਾ। ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸੂਗੀ ਬਰੀਕੀ ਦੇ ਨਾਲ। ਵੇਖੋ, ਇਹ ਕਾਨੂੰਨ ਦਾ ਸ਼ਾਸਨ ਸ਼ਬਦ ਅਸੀਂ ਅੱਜ ਤੱਕ ਸੁਣਦੇ ਆਏ ਆ। ਸ਼ਾਇਦ ਤੁਹਾਡੇ ਵਿੱਚੋਂ ਬਹੁਤ ਘੱਟ ਲੋਕਾਂ ਨੂੰ ਇਹਨਾਂ ਦਾ, ਬਹੁਤ ਘੱਟ ਬੱਚਿਆਂ ਨੂੰ ਇਹਦਾ ਮੀਨਿੰਗ ਪਤਾ ਹੋਊਗਾ। ਕਾਨੂੰਨ ਦੇ ਸ਼ਾਸਨ ਦਾ ਮਤਲਬ ਹੁੰਦਾ ਵਾ ਦੇਸ਼ ਦੇ ਸਾਰੇ ਨਾਗਰਿਕਾਂ ਲਈ ਸਮਾਨ ਰੂਪ ਵਿੱਚ ਕਾਨੂੰਨ ਲਾਗੂ ਹੋਣੇ। ਉਹਨੂੰ ਅਸੀਂ ਕਿਹਦੇ ਨਾਮ ਦੇ ਨਾਲ ਜਾਣਦੇ ਆ? ਉਹਨੂੰ ਅਸੀਂ ਕਾਨੂੰਨ ਦੇ ਸ਼ਾਸਨ ਦੇ ਨਾਮ ਨਾਲ ਜਾਣਦੇ ਆ। ਕਹਿੰਦੇ ਬਹੁਤ ਭਾਰਤੀ ਲੋਕ ਮੰਨਦੇ ਹਨ ਕਿ ਸਾਡੇ ਦੇਸ਼ ਵਿੱਚ ਕਾਨੂੰਨ ਦੇ ਸ਼ਾਸਨ ਦੀ ਸ਼ੁਰੂਆਤ ਅੰਗਰੇਜ਼ਾਂ ਨੇ ਕੀਤੀ। ਵੈਰੀ ਇੰਪੋਰਟੈਂਟ ਹੈ। ਤੇ ਤੁਹਾਨੂੰ ਏਦਾਂ ਦੀ ਪੋਲਿਟੀ ਆਉਣੀ, PSTET ਵਾਲਿਓ, ਮੂਰਖਤਾ ਨਾ ਕਰੋ। ਤੁਹਾਨੂੰ ਜ਼ਿਆਦਾ ਇਹ ਤੇ ਹੈਗਾ ਨਹੀਂ ਆ ਵੀ ਸਾਨੂੰ 15-16 ਕੁਐਸਚਨ PSTET ਦੀ ਪੋਲਿਟੀ ਦੇ ਵਿੱਚ ਆਉਣੇ ਆ ਤੇ ਸਾਨੂੰ 15-16 ਆਰਟੀਕਲ ਹੀ ਪੁੱਛ ਲੈਣਗੇ। ਏਦਾਂ ਨਹੀਂ, ਏਦਾਂ ਦਾ ਕੰਟੈਂਟ ਤੁਹਾਨੂੰ ਪੁੱਛਿਆ ਜਾਣਾ ਵਾ। ਸੋ ਕਾਨੂੰਨ ਦਾ ਸ਼ਾਸਨ, ਕਿ ਸਾਡੇ ਬਹੁਤੇ ਭਾਰਤੀ ਲੋਕ ਮੰਨਦੇ ਆ ਕਿ ਸਾਡੇ ਦੇਸ਼ ਦੇ ਵਿੱਚ ਕਾਨੂੰਨ ਦਾ ਸ਼ਾਸਨ ਜਿਹੜਾ ਵਾ ਉਹਦੀ ਸ਼ੁਰੂਆਤ ਅੰਗਰੇਜ਼ਾਂ ਨੇ ਕੀਤੀ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ। ਸਿੱਧੀ ਸਟੇਟਮੈਂਟ ਵੀ ਪੁੱਛੀ ਜਾ ਸਕਦੀ, ਇਹਨੂੰ ਧਿਆਨ ਦੇ ਵਿੱਚ ਰੱਖਿਓ। ਉਸ ਤੋਂ ਬਾਅਦ 4 ਸ਼ਬਦ ਆ ਤੇ ਇਹ ਸ਼ਬਦ ਇਸ ਚੈਪਟਰ ਦੇ ਵਿੱਚ ਬਹੁਤ ਆਉਣੇ ਤੇ ਮੈਂ ਸੋਚਿਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹਨਾਂ ਸ਼ਬਦਾਂ ਦਾ ਮੀਨਿੰਗ ਸਮਝਾਵਾਂ, ਕਿਉਂਕਿ ਇਹ ਜਿਹੜੇ ਸ਼ਬਦ ਇਹਨਾਂ ਵਿੱਚੋਂ ਅਸੀਂ ਬਹੁਤ ਪੜ੍ਹੇ, ਸੁਣੇ, ਦੇਖੇ, ਲਿਖੇ, ਜੋ ਵੀ ਕੀਤਾ, ਪਰ ਸਾਨੂੰ ਡਿਟੇਲ ਦੇ ਵਿੱਚ ਇਹਨਾਂ ਦੀ ਜਾਣਕਾਰੀ ਨਹੀਂ ਪਤਾ ਹੁੰਦਾ। ਆਲੋਚਨਾ ਕੀ ਆ? ਮਤਲਬ ਦੇਖੋ, ਕਿਸੇ ਵਿਅਕਤੀ ਜਾਂ ਚੀਜ਼ ਵਿੱਚ ਕਮੀਆਂ ਕੱਢਣੀਆਂ ਜਾਂ ਕਿਸੇ ਚੀਜ਼ ਨੂੰ ਅਸਵੀਕਾਰ ਕਰ ਦੇਣਾ, ਰਿਜੈਕਟ ਕਰ ਦੇਣਾ, ਉਹ ਹੁੰਦੀ ਆ ਆਲੋਚਨਾ। ਉਹ ਕਿਹਦੇ ਵਿੱਚ ਆਉਂਦੀ ਆ? ਆਲੋਚਨਾ ਦੇ ਵਿੱਚ ਆਉਂਦੀ। ਵਿਕਾਸ ਕ੍ਰਮ, ਵਿਕਾਸ ਦਾ ਤੇ ਸਾਨੂੰ ਪਤਾ ਡਿਵੈਲਪਮੈਂਟ, ਪਰ ਵਿਕਾਸ ਕ੍ਰਮ ਦਾ ਮਤਲਬ ਕੀ ਆ? ਸਰਲ ਤੋਂ ਜਟਿਲ ਰੂਪ ਵਿੱਚ ਵਿਕਾਸ ਦੀ ਪ੍ਰਕਿਰਿਆ। ਵਿਕਾਸ ਕ੍ਰਮ ਦਾ ਮਤਲਬ ਹੁੰਦਾ ਵਾ ਚਾਹੇ ਸੌਖੇ ਤਰੀਕੇ ਦੇ ਨਾਲ ਕੀਤਾ, ਚਾਹੇ ਔਖੇ ਤਰੀਕੇ ਦੇ ਨਾਲ ਕੀਤਾ, ਕੋਈ ਵੀ ਵਿਕਾਸ, ਕੋਈ ਵੀ ਕੰਮ, ਪਰ ਉਸ ਔਖੇ ਤੇ ਸੌਖੇ ਦੇ ਦੌਰਾਨ ਜੋ ਵੀ ਪ੍ਰਕਿਰਿਆ ਚੱਲੀ ਉਹਨੂੰ ਅਸੀਂ ਕੀ ਕਹਿੰਦੇ ਆ? ਵਿਕਾਸ ਕ੍ਰਮ। ਉਸ ਤੋਂ ਬਾਅਦ ਰਾਜ ਧਰੋਹ ਤੇ ਆਦੋ। ਰਾਜ ਧਰੋਹ ਬਹੁਤ ਜ਼ਿਆਦਾ ਇੰਪੋਰਟੈਂਟ ਸ਼ਬਦ ਆ। ਇਹਦਾ ਅੱਗੇ ਜਾ ਕੇ ਐਕਟ ਵੀ ਆਉਣਾ ਇਸੇ ਚੈਪਟਰ ਦੇ ਵਿੱਚ, ਤੇ ਇਹ ਚੈਪਟਰ ਨੂੰ ਸਮਝ ਲਓ। ਰਾਜ ਧਰੋਹ ਕੀ ਆ? ਜਦੋਂ ਸਰਕਾਰ ਨੂੰ ਲੱਗੇ ਕਿ ਉਸ ਦਾ ਵਿਰੋਧ ਹੋ ਰਿਹਾ ਹੈ, ਜਦੋਂ ਸਰਕਾਰ ਨੂੰ ਲੱਗੇ ਕਿ ਉਹਦਾ ਵਿਰੋਧ ਹੋ ਰਿਹਾ ਵਾ, ਉਹਨੂੰ ਕਹਿੰਦੇ ਆਪਾਂ ਰਾਜ ਧਰੋਹ, ਠੀਕ ਆ। ਉਹਨੂੰ ਆਪਾਂ ਕੀ ਕਹਿੰਦੇ ਆ? ਰਾਜ ਧਰੋਹ, ਠੀਕ ਆ। ਵੇਖੋ, ਹੁਣ ਜਿਵੇਂ ਆਮ ਆਦਮੀ ਦੀ ਸਰਕਾਰ ਆ, ਬਹੁਤ ਕੁਝ ਹੋ ਰਿਹਾ, ਕਿੰਨੇ ਜ਼ਿਆਦਾ। ਹੁਣ ਭਗਵੰਤ ਮਾਨ ਨੇ ਤੇ ਕਿਹਾ ਸੀ ਕਿ ਮੇਰੀ ਸਰਕਾਰ ਜਦੋਂ ਆਊਗੀ ਤੇ ਮੇਰੀ ਸਰਕਾਰ ਜਿਹੜੀ ਆ ਆਮ ਲੋਕਾਂ ਦੀ ਸਰਕਾਰ ਆ, ਹਨਾ, ਤੇ ਇਹਦੇ ਵਿੱਚ ਕੋਈ ਵੀ ਧਰਨਾ ਹੀ ਨਹੀਂ ਲੱਗੂਗਾ। ਤੇ ਸਭ ਤੋਂ ਵੱਧ ਪ੍ਰੋਟੈਸਟ ਹੀ ਉਹਦੀ ਸਰਕਾਰ ਦੇ ਵਿੱਚ ਹੋ ਰਹੇ ਆ, ਹਰ ਇੱਕ ਫੀਲਡ ਦੇ ਵਿੱਚ। ਕਿਸਾਨਾਂ ਦੇ ਆ, PSTET ਯੂਨੀਅਨ ਦੇ ਆ, ਹੋਰ ਕਿਹੜੇ ਆ, ਹਨਾ। ਤੇ ਹੁਣ ਵੇਖੋ, ਜਦੋਂ ਹੁਣ ਵਿਰੋਧ ਹੋ ਰਿਹਾ ਨਾ, ਬਹੁਤ ਵੱਡੇ ਲੈਵਲ ਤੇ ਆਮ ਆਦਮੀ ਸਰਕਾਰ ਦਾ ਵਿਰੋਧ ਹੋ ਰਿਹਾ, ਮਤਲਬ ਰਾਜ ਧਰੋਹ, ਇਹਨੂੰ ਕਹਿੰਦੇ ਆ ਰਾਜ ਧਰੋਹ, ਠੀਕ ਆ। ਉਸ ਤੋਂ ਬਾਅਦ ਦਮਨਕਾਰੀ ਸ਼ਬਦ ਤੁਸੀਂ ਬਹੁਤ ਸੁਣਿਆ। ਦਮਨਕਾਰੀ ਸ਼ਬਦ ਜਿਹੜਾ ਹੈਗਾ, ਹਨਾ, ਸੁਣਿਆ ਤੁਸੀਂ ਬਹੁਤ ਆ, ਪਰ ਤੁਹਾਨੂੰ ਸ਼ਾਇਦ ਇਹਦਾ ਮੀਨਿੰਗ ਨਹੀਂ ਪਤਾ ਹੋਣਾ। ਵੇਖੋ, ਜਦੋਂ ਸਰਕਾਰ ਲੋਕਾਂ ਨੂੰ ਜ਼ਿਆਦਾ ਨਿਯੰਤਰਣ ਕਰਦੀ ਹੈ,
ਉਹਨਾਂ ਨੂੰ ਸੁਭਾਵਾਂ ਮੁਜ਼ਾਹਰੇ ਕਰਨ ਤੋਂ ਰੋਕਦੀ ਆ, ਉਹ ਹੁੰਦਾ ਵਾ ਦਮਨਕਾਰੀ। ਹੁਣ ਵੇਖੋ ਇਹਦੀ ਐਗਜ਼ਾਮਪਲ ਬਹੁਤ ਆ, ਕਿਸਾਨਾਂ ਵਾਲਾ ਆ ਜਿਹੜਾ ਲੇਟੈਸਟ ਧਰਨਾ ਹਨਾ, ਕਿੰਨਾ ਕੁਛ ਹੋਇਆ, 4 ਤੋਂ 5 ਕਿਸਾਨਾਂ ਦੀ ਡੈਥ ਹੋ ਚੁੱਕੀ ਆ ਹਨਾ। ਇੱਕ ਬਠਿੰਡੇ ਦੇ ਵਿੱਚ 21 ਸਾਲ ਦਾ ਜਿਹੜਾ ਸ਼ੁਭਕਰਨ ਹਨਾ, ਉਹਦੀ ਡੈਥ ਹੋਈ, ਉਹਨੂੰ ਗੋਲੀ ਲੱਗੀ ਹਨਾ। ਤੇ ਇਹ ਸਾਰਾ ਕੁਝ ਕਿਉਂ ਹੋਇਆ? ਕਿਉਂਕਿ ਉਹ ਤਾਂ ਸ਼ਾਂਤਮਈ ਢੰਗ ਦੇ ਨਾਲ ਪ੍ਰੋਟੈਸਟ ਕਰਨਾ ਚਾਹ ਰਹੇ ਸੀ ਹਨਾ। ਇੱਕ ਐਗਜ਼ਾਮਪਲ ਦੇ ਰਹੀ ਹਾਂ ਹਨਾ। ਤੇ ਮਤਲਬ ਕਿਸਾਨ ਜਿਹੜਾ ਸੀ ਕਾਨੂੰਨਾਂ ਦੇ ਖਿਲਾਫ ਸੀਗੇ, ਉਹ ਕਾਲੇ ਕਾਨੂੰਨਾਂ ਦੇ ਖਿਲਾਫ ਸੀ ਤੇ ਉਹਨਾਂ ਨੂੰ ਰੱਦ ਕਰਵਾਉਣ ਲਈ ਇੱਥੇ ਪ੍ਰੋਟੈਸਟ ਕਰ ਰਹੇ ਸੀ। ਹੁਣ ਸਰਕਾਰ ਉਹਨਾਂ ਨੂੰ ਇਕੱਠੇ ਨਹੀਂ ਹੋਣ ਦੇ ਰਹੀ, ਕਿਤੇ ਬੈਰੀਗੇਡ ਲਾ ਤੇ ਕੁਛ ਕਰਤਾ। ਇਹ ਕਿ ਸਰਕਾਰ ਬਹੁਤ ਵੱਡੇ ਪੱਧਰ ਤੇ ਨਿਯੰਤਰਣ ਕਰ ਰਹੀ ਆ, ਉਹਨਾਂ ਤੇ ਜ਼ੁਲਮ ਵੀ ਢਾ ਰਹੀ ਕਿ ਉਹ ਸਭਾਵਾਂ ਨਾ ਕਰਨ, ਮੁਜ਼ਾਹਰੇ ਵੀ ਨਾ ਕਰਨ। ਇਹ ਕੀ ਆ? ਇਹੋ ਹੀ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਵਾ। ਸੋ ਹੁਣ ਤੁਹਾਨੂੰ ਦਮਨਕਾਰੀ ਸ਼ਬਦ ਦਾ ਮੀਨਿੰਗ ਪਤਾ ਲੱਗ ਗਿਆ ਹੋਊਗਾ। ਹੁਣ ਆਪਾਂ ਚੱਲਦੇ ਹਾਂ ਅੱਗੇ, ਕੱਲਾ ਕੱਲੀ ਕਾਨੂੰਨ ਦਾ ਸ਼ਾਸਨ ਪਤਾ ਲੱਗ ਗਿਆ ਤੇ ਇਹਦੇ ਵਿੱਚ ਆਏ ਸ਼ਬਦ ਪਤਾ ਲੱਗ ਗਏ, ਤੇ ਹੁਣ ਆਪਾਂ ਜਾਣਦੇ ਹਾਂ ਅੱਗੇ ਇਹਦੇ ਕਾਨੂੰਨਾਂ ਤੇ ਇਹਦੇ ਇਸ ਚੈਪਟਰ ਦੇ ਵਿੱਚ ਕੀ ਕੀ ਗੱਲ ਇਹ ਕਰਦੇ ਆ। ਦੇਖੋ ਪੀਐਸਟੈਟ ਵਾਲਿਓ, ਇੱਕ ਚੀਜ਼ ਸਮਝੋ, ਜਿਹੜੀਆਂ ਤੇ ਬਾਹਲੀਆਂ ਹੀ ਫੇਮਸ ਦੀਆਂ ਚੀਜ਼ਾਂ ਹੋ ਚੁੱਕੀਆਂ, ਜਾਂ ਜਿਹੜੀਆਂ ਚੀਜ਼ਾਂ ਸਾਡੇ ਪੇਪਰ ਦੇ ਵਿੱਚ ਬਹੁਤ ਜ਼ਿਆਦਾ ਪੁੱਛੀਆਂ ਜਾ ਚੁੱਕੀਆਂ, ਪੁਰਾਣੀਆਂ ਵੀ ਹੋ ਗਈਆਂ, ਸਾਨੂੰ ਵਾਰੀ-ਵਾਰੀ ਉਹ ਚੀਜ਼ਾਂ ਨਹੀਂ ਪੁੱਛੀਆਂ ਜਾਣੀਆਂ। ਤੁਹਾਡਾ ਪੇਪਰ ਕੰਪਲੀਕੇਟਡ ਹੀ ਆਣਾ, ਇਹ ਚੀਜ਼ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਦਿੰਨੀ ਆ, ਕਿਉਂਕਿ ਮੈਂ ਤੁਹਾਨੂੰ ਕਿਸੇ ਵੀ ਭੁਲੇਖੇ ਦੇ ਵਿੱਚ ਨਹੀਂ ਰੱਖਣਾ ਚਾਹੁੰਦੀ। ਐਸਐਸਟੀ ਔਖੀ ਹੀ ਆਉਣੀ, ਐਸਐਸਟੀ ਕੋਈ ਸੌਖੀ ਨਹੀਂ ਆਉਣੀ। ਹੁਣ ਜਿਨ੍ਹਾਂ ਨੇ ਕੋਈ ਵੱਖਰੀਆਂ ਚੀਜ਼ਾਂ ਪੜ੍ਹੀਆਂ ਉਹਨਾਂ ਦਾ ਤੇ ਕਲੀਅਰ ਹੋ ਜਾਊਗਾ, ਤੇ ਜਿਹੜੇ ਬੱਚੇ ਉਹੀ ਪੁਰਾਣੀਆਂ ਘਸੀਆਂ ਪਿਟੀਆਂ ਰੋਲ ਟੈਕਟ ਫਲਾਨਾ ਢਿਮਕਾ ਪੜ੍ਹੀ ਜਾਂਦੇ ਆ, ਤੇ ਉਹਦੇ ਨਾਲ ਤੁਹਾਡਾ ਨੁਕਸਾਨ ਹੋਣਾ, ਪੇਪਰ ਔਖਾ ਆਉਣਾ ਵਾ। ਚਾਹੇ ਤੁਸੀਂ ਇਹਨੂੰ ਹੱਸ ਕੇ ਪੜ੍ਹ ਲਓ, ਚਾਹੇ ਇਹਨੂੰ ਰੋ ਕੇ ਪੜ੍ਹ ਲਓ, ਇਹ ਤੁਹਾਡੀ ਮਰਜ਼ੀ ਆ। ਹੁਣ ਵੇਖੋ, ਜਦੋਂ ਅਸੀਂ ਰੋਲਟ ਐਕਟ ਦੀ ਗੱਲ ਕਰਦੇ ਆ, ਠੀਕ ਆ, ਮੈਂ ਤੁਹਾਨੂੰ ਕਰਵਾਉਣ ਨਹੀਂ ਲੱਗੀ, ਜਸਟ ਮੈਂ ਤੁਹਾਨੂੰ ਜੋ ਗੱਲ ਸਮਝਾਉਣਾ ਚਾਹੁੰਦੀ ਉਹ ਸਮਝਾਉਣ ਲੱਗੀ ਆ। ਵੇਖੋ, ਜਦੋਂ ਅਸੀਂ ਰੋਲਟ ਐਕਟ ਦੀ ਗੱਲ ਕਰਦੇ ਆ, ਰੋਲਟ ਐਕਟ ਪਾਸ ਹੁੰਦਾ ਵਾ, ਕਦੋਂ ਪਾਸ ਹੁੰਦਾ ਵਾ? ਪਤਾ ਹੀ ਹੋਣਾ ਤੁਹਾਨੂੰ, 10 ਮਾਰਚ 1919 ਨੂੰ ਪਾਸ ਹੁੰਦਾ। ਠੀਕ ਹੈ, 10 ਮਾਰਚ 1919 ਨੂੰ ਜਦੋਂ ਇਹ ਪਾਸ ਹੁੰਦਾ ਵਾ, ਤੇ ਕੀ ਕਰਦੇ ਆ ਇਸ ਐਕਟ ਦੇ ਵਿੱਚ? ਅਸੀਂ ਅੱਜ ਤੱਕ ਇਹੀ ਪੜ੍ਹਿਆ, ਨਾ ਵਕੀਲ ਬੰਦਾ, ਨਾ ਕੋਈ ਵਕੀਲ ਕਰ ਸਕਦਾ, ਨਾ ਬੰਦਾ ਕੋਈ ਦਲੀਲ ਦੇ ਸਕਦਾ ਹਨਾ, ਨਾ ਬੰਦਾ ਕੋਈ ਅਪੀਲ ਕਰ ਸਕਦਾ। ਇਹੀ ਚੀਜ਼ ਅਸੀਂ ਪੜ੍ਹੀ ਅੱਜ ਤੱਕ ਹਨਾ, ਰੋਲਟ ਐਕਟ ਦੇ ਵਿੱਚ। ਕਿ ਰੋਲਟ ਐਕਟ ਨੂੰ ਕੀ ਕਰਦੇ ਸੀ ਕਿ ਅੰਗਰੇਜ਼ਾਂ ਦਾ ਰਾਜ ਸੀ ਸਾਡੇ ਹਨਾ, ਸਾਡੇ ਤੇ ਰਾਜ ਕਰਦੇ ਸੀ ਹਨਾ। ਰੋਲਟ ਐਕਟ ਇਹਨਾਂ ਨੇ ਪਾਸ ਕਰਤਾ, ਨਾ ਕੋਈ ਵਕੀਲ ਕਰੂ, ਜਿਹੜੇ ਬੰਦੇ ਨੇ ਉਹਨਾਂ ਨੇ ਫੜ ਕੇ ਅੰਦਰ ਦੇਤਾ, ਗ੍ਰਿਫਤਾਰ ਕਰਤਾ, ਕਾਲਾ ਕਾਨੂੰਨ ਸੀ। ਜਿੱਦਾਂ ਅੱਜ ਦੇ ਸਮੇਂ NSA ਨਹੀਂ ਲੱਗਾ ਅੰਮ੍ਰਿਤਪਾਲ ਭਾਈ ਤੇ ਹਨਾ, ਅੰਮ੍ਰਿਤਪਾਲ ਵੀਰ ਤੇ NSA ਲੱਗਾ, 4-5 ਸਾਡੇ ਸਿੱਖਾਂ ਤੇ NSA ਲੱਗਾ, ਬਸ ਇਹ ਉਹਦਾ ਹੀ ਰੂਪ ਆ। ਠੀਕ ਹੈ, NSA ਇਹਦਾ ਹੀ ਰੂਪ ਆ ਰੋਲਟ ਐਕਟ ਦਾ। ਕਿ ਕੋਈ ਕੇਸ ਨਹੀਂ, ਕੋਈ ਕਾਰਵਾਈ ਨਹੀਂ, ਕੋਈ ਕੁਛ ਨਹੀਂ, ਫੜ ਕੇ ਜੇਲ੍ਹ 'ਚ ਸੁੱਟ ਦੋ। ਠੀਕ ਆ ਬਸ। ਤੇ ਨਾ ਕੋਈ ਉਹ ਬੰਦਾ ਵਕੀਲ ਕਰ ਸਕਦਾ, ਨਾ ਉਹ ਬੰਦਾ ਕੋਈ ਆਪਣੀ ਦਲੀਲ ਕਰ ਸਕਦਾ, ਦਲੀਲ ਦੇ ਸਕਦਾ, ਨਾ ਹੀ ਉਹ ਕੋਈ ਅਪੀਲ ਕਰ ਸਕਦਾ। ਇਹ ਐਕਟ ਸੀ। ਹੁਣ ਹੋਇਆ ਕੀ, ਜਿਹੜੇ ਸਾਡੇ ਲੋਕ ਸੀ, ਸਾਡੇ ਭਾਰਤੀ ਲੋਕ, ਇਹਨਾਂ ਨੇ ਕੀ ਕੀਤਾ, ਇਸ ਕਾਨੂੰਨ ਦਾ ਕੀ ਕੀਤਾ? ਵਿਰੋਧ ਕੀਤਾ। ਜਦੋਂ ਵਿਰੋਧ ਕੀਤਾ ਤੇ ਉਹਨਾਂ ਨੇ ਸਲਾਹ ਮਸ਼ਵਰੇ ਲਈ ਇਕੱਠੇ ਹੋਣਾ ਸੀ ਕਿ ਇਸ ਕਾਨੂੰਨ ਨੂੰ ਆਪਾਂ ਇਕੱਠੇ ਹੋ ਕੇ ਕੋਈ ਸਭਾ ਕਰਕੇ ਇਸ ਕਾਨੂੰਨ ਨੂੰ ਆਪਾਂ ਰੱਦ ਕਰਵਾਈਏ। ਠੀਕ ਆ, ਤੇ ਇਹਦੇ ਜਿਹੜੇ ਹੈਗੇ ਸੀ ਨਾ, ਜਿੱਦਾਂ ਹਰ ਕੋਈ ਜਿੱਦਾਂ ਮੋਢੀ ਹੁੰਦਾ ਵਾ ਜਿੱਦਾਂ ਹਨਾ, ਤੇ ਜਿਵੇਂ ਡਾਕਟਰ ਸਤਿਆਪਾਲ ਤੇ ਸਿਫਲੂਦੀਨ ਹਨਾ, ਡਾਕਟਰ ਸਤਿਆਪਾਲ ਤੇ ਇੱਕ ਡਾਕਟਰ ਕਿਚਲੂ ਆਪਾਂ ਗੱਲ ਕਰਦੇ ਹਾਂ। ਇਹ 2 ਬੰਦੇ ਸੀਗੇ ਜਿਹੜੇ, ਇਹਨਾਂ ਦੀ ਅਗਵਾਈ ਕੌਣ ਕਰ ਰਹੇ ਸੀ? ਸਾਡੇ ਲੋਕਾਂ ਦੀ ਅਗਵਾਈ ਕੌਣ ਕਰ ਰਹੇ ਸੀ? ਇਹ 2 ਬੰਦੇ ਜਿਹੜੇ ਕਿਹਦੇ ਵਿਰੋਧ ਦੇ ਵਿੱਚ ਸਾਡੇ ਲੋਕਾਂ ਦੀ ਕਾਰਵਾਈ ਕਰ ਰਹੇ ਸੀ, ਕਿ ਆਪਾਂ ਰੋਲਟ ਐਕਟ ਨੂੰ ਕਿੱਦਾਂ ਰੱਦ ਕਰਵਾਉਣਾ, ਕਿਉਂਕਿ ਇੱਕ ਹਿਸਾਬ ਦਾ ਇਹ ਕਾਲਾ ਕਾਨੂੰਨ ਸੀ। ਤੇ ਫਿਰ ਬ੍ਰਿਟਿਸ਼ ਸਰਕਾਰ ਸੀ ਜਿਹੜੀ, ਇਹਨਾਂ ਨੇ ਕੀ ਕੀਤਾ? ਇਹਨਾਂ ਨੇ ਸਭ ਤੋਂ ਪਹਿਲਾਂ ਤਾਂ ਡਾਕਟਰ ਸਤਿਆਪਾਲ ਨੂੰ ਤੇ ਡਾਕਟਰ ਕਿਚਲੂ ਨੂੰ ਫੜ ਕੇ ਇਹਨਾਂ ਨੇ ਗ੍ਰਿਫਤਾਰ ਕਰ ਲਿਆ। ਕੀ ਕੀਤਾ? ਗ੍ਰਿਫਤਾਰ ਕਰ ਲਿਆ। ਬਸ ਇਹੋ ਹੀ,
ਕੁਝ ਵੀ ਨਹੀਂ ਇਹਨਾਂ ਨੇ ਕੀਤਾ। ਆ ਜਿਹੜਾ ਰੌਲਟ ਐਕਟ ਇਹਨਾਂ ਨੇ ਪਾਸ ਕੀਤਾ, ਇਸੇ ਐਕਟ ਦੇ ਤਹਿਤ ਇਹਨਾਂ ਨੇ ਡਾਕਟਰ ਸੱਤਿਆਪਾਲ ਤੇ ਡਾਕਟਰ ਕਿਚਲੂ ਨੂੰ ਗ੍ਰਿਫਤਾਰ ਕਰ ਲਿਆ। ਜਦੋਂ ਗ੍ਰਿਫਤਾਰ ਕਰ ਲਿਆ, ਨਾ ਇਹ ਕੋਈ ਵਕੀਲ ਕਰ ਸਕਦੇ ਸੀ, ਨਾ ਇਹ ਕੋਈ ਦਲੀਲ ਦੇ ਸਕਦੇ ਸੀ, ਤੇ ਨਾ ਹੀ ਇਹ ਕੋਈ ਅਪੀਲ ਕਰ ਸਕਦੇ ਸੀ। ਤੇ ਇਹਦਾ ਵਿਰੋਧ ਕਰ ਲਈ ਸਾਡੇ ਲੋਕ ਕਿੱਥੇ ਇਕੱਠੇ ਹੋਏ ਸੀ? 13 ਅਪ੍ਰੈਲ 1919 ਨੂੰ ਕਿੱਥੇ ਇਕੱਠੇ ਹੋਏ ਸੀ? ਜਲਿਆਂਵਾਲੇ ਬਾਗ ਇਕੱਠੇ ਹੋਏ ਸੀ। ਤੇ ਜਨਰਲ ਡਾਇਰ ਨੇ ਜਿਹੜਾ ਸੀਗਾ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਇਹਨੇ ਗੋਲੀਆਂ ਚਲਾਤੀਆਂ ਸੀਗੀਆਂ, ਤੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਸਾਡੇ ਲੋਕ ਮਰੇ, ਜ਼ਖਮੀ ਹੋਏ। ਉੱਥੇ ਖੂਹ ਸੀ, ਮਤਲਬ ਬੱਚੇ, ਲੇਡੀਜ਼, ਕਈਆਂ ਨੇ ਖੂਹ ਦੇ ਵਿੱਚ ਛਾਲਾਂ ਮਾਰਤੀਆਂ। ਮਤਲਬ ਲੇਡੀਜ਼ ਨੇ ਜ਼ਿਆਦਾਤਰ ਆਪਣੀ ਇੱਜ਼ਤ ਬਚਾਉਣ ਲਈ ਖੂਹ ਦੇ ਵਿੱਚ ਛਾਲਾਂ ਮਾਰਤੀਆਂ, ਤੇ ਜਦੋਂ ਖੂਹ ਦੇ ਵਿੱਚ ਛਾਲਾਂ ਮਾਰਤੀਆਂ ਤੇ ਫਿਰ ਮੌਤ ਤਾਂ ਹੋਣੀ ਸੀ, ਹਨਾ। ਇਹ ਚੀਜ਼ ਆ। ਸੋ ਵੇਖੋ ਕਿ ਇੱਕ ਬਹੁਤ ਜ਼ਿਆਦਾ ਮਨੁੱਖੀ ਅਧਿਕਾਰਾਂ ਦੀਆਂ ਧੱਜੀਆਂ ਉਡਾਈਆਂ, ਮਨੁੱਖੀ ਅਧਿਕਾਰਾਂ ਦੀਆਂ ਧੱਜੀਆਂ ਉਡਾਈਆਂ ਗਈਆਂ, ਹਨਾ। ਹੁਣ ਗੱਲ ਇਹ ਆ ਕਿ ਇਹ ਵਾਲਾ ਜਿਹੜਾ ਐਕਟ ਆ, ਇਹ ਤਾਂ ਬਹੁਤ ਫੇਮਸ ਹੋ ਚੁੱਕਾ ਸਾਡੇ ਪੇਪਰਾਂ ਦੇ ਵਿੱਚ। ਐਗਜ਼ਾਮੀਨਰ ਦਾ ਦਿਮਾਗ ਥੋੜੀ ਖਰਾਬ ਆ ਕਿ ਉਹ ਇੰਨੇ ਸੌਖੇ ਕੁਐਸਚਨ ਪਾ ਕੇ ਤੁਹਾਨੂੰ ਸਰਕਾਰੀ ਨੌਕਰੀ ਦੇ ਦੂਗਾ। ਏਦਾਂ ਤਾਂ ਨਹੀਂ ਨਾ ਹੋਣਾ। ਹੁਣ ਆ ਰੌਲਟ ਐਕਟ ਦਾ ਇੱਕ, ਇਹ ਕਹਿ ਲਓ ਵੀ ਇਹਨੂੰ ਭੁੱਲ ਜਾਓ, ਰੌਲਟ ਐਕਟ ਨੂੰ ਭੁੱਲਣਾ ਨਹੀਂਗਾ, ਯਾਦ ਰੱਖਿਓ ਡਿਟੇਲ, ਪਰ ਇਹਨੂੰ ਮਤਲਬ ਕਿ ਇਹ ਤੁਹਾਨੂੰ ਪੇਪਰ ਦੇ ਵਿੱਚ ਨਹੀਂ ਆਉਣਾ, ਇਹਨੂੰ ਛੱਡ ਦਿਓ। ਵੇਖੋ, ਮੈਂ ਤੁਹਾਨੂੰ ਰਾਜ ਧਰੋਹ ਸ਼ਬਦ ਦਾ ਮੀਨਿੰਗ ਦੱਸਿਆ। 1870 ਦੇ ਵਿੱਚ ਰਾਜ ਧਰੋਹ ਐਕਟ ਪਾਸ ਕੀਤਾ ਅੰਗਰੇਜ਼ਾਂ ਨੇ, ਕਿਉਂਕਿ ਸਾਡੇ ਦੇਸ਼ ਵਿੱਚ ਕਿਹਨਾਂ ਦਾ ਰਾਜ ਸੀਗਾ? ਅੰਗਰੇਜ਼ਾਂ ਦਾ ਰਾਜ ਸੀਗਾ। ਪਹਿਲਾਂ ਵੇਖੋ 1857 ਈਸਵੀ ਦਾ ਵਿਦਰੋਹ ਹੁੰਦਾ। ਚਲੋ ਕੁੱਲ ਮਿਲਾ ਕੇ ਉਹ ਇੰਨਾ ਵਧੀਆ ਨਹੀਂ ਹੋ ਪਾਇਆ, ਪਰ ਇੱਕ ਵਿਦਰੋਹ ਜਿਹੜਾ ਛਿੜ ਗਿਆ ਸੀਗਾ ਵੀ ਲੋਕੀ ਜਾਗਰੂਕ ਹੋ ਗਏ ਸੀ। ਲੋਕਾਂ ਨੂੰ ਪਤਾ ਲੱਗ ਗਿਆ ਸੀ ਕਿ ਅਸੀਂ ਗੁਲਾਮੀ ਦੇ ਸੰਗਲ ਜਿਹੜੇ ਆ ਗਲਾਂ ਚੋਂ ਲਾਉਣੇ ਆ, ਹਨਾ। ਭਾਵੇਂ ਫਿਰ ਵੀ ਕਿਤੇ ਨਾ ਕਿਤੇ ਉਹ ਕਾਮਯਾਬ ਨਹੀਂ ਸੀ, ਉਹ ਭਾਵੇਂ ਸਾਡੇ ਲੋਕ ਹਾਰੇ ਸੀਗੇ, ਪਰ ਇੱਕ ਵਿਦਰੋਹ ਦੀ ਜਿਹੜੀ ਚਿੰਗ ਸੀਗੀ ਉਹ ਛਿੜ ਗਈ ਸੀ। 1870 ਈਸਵੀ ਦੇ ਵਿੱਚ ਜਾ ਕੇ ਜਿਹੜਾ ਅੰਗਰੇਜ਼ਾਂ ਨੇ ਰਾਜ ਧਰੋਹ ਐਕਟ ਲਾਗੂ ਕੀਤਾ ਸਾਡੇ ਦੇਸ਼ ਦੇ ਵਿੱਚ। ਰਾਜ ਧਰੋਹ ਦਾ ਮਤਲਬ ਕੀ ਆ? ਰਾਜ ਧਰੋਹ ਦਾ ਮਤਲਬ ਕੀ ਆ? ਮੈਂ ਤੁਹਾਨੂੰ ਦੱਸ ਕੇ ਗਈ ਨਾ ਕਿ ਸਰਕਾਰ ਦੇ ਖਿਲਾਫ ਮਤਲਬ ਕੋਈ ਮੁਜ਼ਾਹਰਾ ਕਰਨਾ, ਸਰਕਾਰ ਦੇ ਖਿਲਾਫ ਖੜੇ ਹੋ ਜਾਣਾ, ਹਨਾ। ਮਤਲਬ ਅੰਗਰੇਜ਼ ਨੇ ਐਡਾ ਕੁ ਜ਼ੁਲਮ ਢਾਇਆ ਇਹਨਾਂ ਨੇ ਇਸ ਐਕਟ ਦੇ ਤਹਿਤ ਵੀ ਜੇ ਬ੍ਰਿਟਿਸ਼ ਸਰਕਾਰ ਦੇ ਖਿਲਾਫ, ਠੀਕ ਆ, 1 ਮਿੰਟ ਲਿਖ ਲਓ ਤੁਸੀਂ ਇਹਨੂੰ ਡਿਟੇਲ ਦੇ ਨਾਲ, ਠੀਕ ਆ, ਕਿ ਇਹ ਐਕਟ ਕੀ ਸੀ। ਮੈਂ ਇੱਥੇ ਲਿਖਣ ਦੀ ਕੋਸ਼ਿਸ਼ ਕਰਦੀ ਆ ਤੇ ਇਹਨੂੰ ਤੁਸੀਂ ਨੋਟ ਕਰ ਲਓ। ਠੀਕ ਹੈ, ਸਮਝ ਆ ਗਈ। ਮਤਲਬ ਅੰਗਰੇਜ਼ਾਂ ਨੇ ਇਹ ਐਕਟ ਹੀ, ਕਿਉਂਕਿ ਲੋਕੀ 1857 ਈਸਵੀ ਦਾ ਵਿਦਰੋਹ ਹੁੰਦਾ ਵਾ, ਭਾਵੇਂ ਕਿ ਮਤਲਬ ਇਹ ਨਹੀਂ ਅੰਗਰੇਜ਼ ਜਿੱਤੇ, ਭਾਵੇਂ ਕਿ ਸਾਡੇ ਲੋਕ ਨਹੀਂ ਜਿੱਤ ਸਕੇ, ਹਾਰੇ, ਹਨਾ। ਪਰ ਵੇਖੋ ਕਿ ਇੱਕ ਤਰ੍ਹਾਂ ਦੇ ਨਾਲ ਆਪਾਂ ਕਹਿੰਦੇ ਆ ਨਾ 1857 ਈਸਵੀ ਦੇ ਵਿਦਰੋਹ ਨੂੰ ਕਿ ਦੇਸ਼ ਦੀ ਆਜ਼ਾਦੀ ਦੀ ਪਹਿਲੀ ਲੜਾਈ। ਆਪਾਂ ਕਿਉਂ ਕਹਿੰਦੇ ਆ? ਕਿਉਂਕਿ ਉੱਥੇ ਸਾਡੇ ਲੋਕ ਆ ਕੇ ਅਵੇਅਰ ਹੋ ਗਏ ਸੀ, ਲੋਕਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਸਾਡਾ ਦੇਸ਼ ਆ, ਸਾਡੇ ਲੋਕ ਆ, ਸਾਡੀ ਧਰਤੀ ਆ, ਕੋਈ ਬਾਹਰੋਂ ਆ ਕੇ ਸਾਨੂੰ ਕੋਈ ਕਿੱਦਾਂ ਗੁਲਾਮ ਬਣਾ ਰਿਹਾ, ਅਸੀਂ ਇਹਨਾਂ ਨੂੰ ਆਪਣੇ ਦੇਸ਼ ਦੇ ਵਿੱਚੋਂ ਕੱਢਣਾ ਵਾ। ਇੱਕ ਜਿਹੜੀ ਮਤਲਬ ਅਵੇਅਰ ਹੋ ਗਏ ਸੀ, ਜਾਗਰੂਕ ਹੋ ਗਏ ਸੀ ਲੋਕੀ। ਪਰ ਕੀ ਹੋਇਆ ਕਿ ਅੰਗਰੇਜ਼ਾਂ ਨੂੰ ਲੱਗਿਆ ਵੀ ਅੱਗੇ ਜਾ ਕੇ ਅਸੀਂ ਤਾਂ ਇਹਨਾਂ ਲੋਕਾਂ ਤੇ ਸ਼ਾਸਨ ਨਹੀਂ ਕਰ ਪਾਵਾਂਗੇ, ਕਿਉਂਕਿ ਅਸੀਂ ਕੋਈ ਵੀ ਕਾਨੂੰਨ ਕੁਛ ਵੀ ਲਾਗੂ ਕਰਦੇ, ਇਹ ਕੋਈ ਵੀ ਕਾਨੂੰਨ ਲਾਗੂ ਕਰਦੇ ਸੀ ਨਾ, ਸਾਡੇ ਭਾਰਤੀ ਲੋਕਾਂ ਦੇ ਉਹਨਾਂ ਦੇ ਹਿੱਤਾਂ ਦੇ ਖਿਲਾਫ ਹੀ ਹੁੰਦਾ ਸੀ ਇਹਨਾਂ ਦਾ ਕਾਨੂੰਨ, ਕਿਉਂਕਿ ਗੁਲਾਮ ਬਣਾਇਆ ਸੀ ਇਹਨਾਂ ਨੇ ਸਾਡੇ ਲੋਕਾਂ ਨੂੰ, ਹਨਾ। ਤੇ ਜਦੋਂ 1857 ਈਸਵੀ ਦੇ ਵਿਰੋਧ ਤੋਂ ਕਾਫੀ ਸਮਾਂ ਪਾ ਕੇ ਜਦੋਂ ਇੱਥੋਂ ਤੱਕ ਪਹੁੰਚ ਗਏ 1870 ਤੱਕ, ਹਨਾ, ਤੇ ਇਹਨਾਂ ਨੂੰ ਇਹ ਹੀ ਵੀ ਹੁਣ ਇਹਨਾਂ ਲੋਕਾਂ ਨੇ ਸਾਡੇ ਖਿਲਾਫ ਖੜੇ ਹੋਣਾ,
ਇਹਨਾਂ ਨੇ ਸਾਡੇ ਬਣਾਏ ਹੋਏ ਕਾਨੂੰਨਾਂ ਦਾ ਵਿਦਰੋਹ ਕਰਨਾ। ਕਿਉਂ ਨਾ ਏਦਾਂ ਦਾ ਕੋਈ ਐਕਟ ਲਾਗੂ ਕਰ ਦਿੱਤਾ ਜਾਵੇ ਜਿਹਦੇ ਨਾਲ ਇਹ ਸਾਡੇ ਵਿਰੋਧ ਦੇ ਵਿੱਚ ਖੜੇ ਹੀ ਨਾ ਹੋਣ। ਬਸ ਕਰਤਾ ਇਹਨਾਂ ਨੇ ਉਹੀ ਕੰਮ ਜੋ ਇਹਨਾਂ ਨੇ ਸੋਚਿਆ। ਇਹਨਾਂ ਨੇ 1870 ਦੇ ਵਿੱਚ ਰਾਜ ਧਰੋਹ ਐਕਟ ਲਾਗੂ ਕੀਤਾ। ਮਤਲਬ ਜੇਕਰ ਬ੍ਰਿਟਿਸ਼ ਸਰਕਾਰ ਦਾ ਕੋਈ ਵੀ ਵਿਦਰੋਹ ਕਰੇਗਾ ਤਾਂ ਉਸ ਨੂੰ ਇਸ ਐਕਟ ਦੇ ਤਹਿਤ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਫੜ ਕੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਜਾਊਗਾ। ਮੰਨ ਲਓ 4-5 ਬੰਦੇ ਇੱਕ ਜਾਣੇ ਨੇ ਮੈਂ ਇਕੱਠੇ ਕਰ ਲਏ ਹਨਾ। ਮੰਨ ਲਓ ਬ੍ਰਿਟਿਸ਼ ਸਰਕਾਰ ਸਾਡੇ ਤੇ ਰਾਜ ਕਰ ਲਈ, 4-5 ਬੰਦੇ ਮੈਂ ਇਕੱਠੇ ਕਰ ਲਏ ਹਨਾ, ਤੇ ਮੈਂ ਕਹਿਤਾ ਵੀ ਚਲੋ ਜੀ ਆਪਾਂ ਲੋਕਾਂ ਤੋਂ ਬੰਦੇ ਇਕੱਠੇ ਕਰਨੇ ਸ਼ੁਰੂ ਕਰਤੇ, ਮੁਜ਼ਾਹਰਾ ਕਰਨਾ ਸ਼ੁਰੂ ਕਰਤਾ। ਮਤਲਬ ਬ੍ਰਿਟਿਸ਼ ਸਰਕਾਰ ਦਾ ਮੈਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਮੈਂ 4-5 ਕੁੜੀਆਂ ਹੋਰ ਇਕੱਠੀਆਂ ਕਰ ਲਈਆਂ, ਵਾਹਵਾ ਮੁਲਕ ਇਕੱਠਾ ਹੋ ਗਿਆ ਹਨਾ। ਤੇ ਇਹਨਾਂ ਨੇ ਤੇ ਆਹ ਵਾਲੇ ਐਕਟ ਦੇ ਤਹਿਤ ਚੱਕ ਕੇ ਮੈਨੂੰ ਕਿੱਥੇ ਸੁੱਟ ਦੇਣਾ ਵਾ, ਜੇਲ੍ਹ 'ਚ ਸੁੱਟ ਦੇਣਾ ਵਾ ਬਸ। ਫਿਰ ਤੇ ਜਿਹੜੇ 4-5 ਬਾਕੀ ਇਕੱਠੇ ਹੋਏ ਆ ਉਹ ਤੇ ਆਪੇ ਬਹਿ ਕੇ ਨਿਕਲ ਜਾਣਗੇ ਹਨਾ। ਇਹ ਕੰਮ ਇਹਨਾਂ ਨੇ ਕੀਤਾ ਸੀਗਾ। ਠੀਕ ਹੈ, ਸਮਝ ਆਈ? ਸੋ ਏਦਾਂ ਦੀਆਂ ਚੀਜ਼ਾਂ ਤੇ ਮੈਨੂੰ ਕਮੈਂਟ ਕਰਕੇ ਤੁਸੀਂ ਜਰੂਰ ਐਪਰੀਸ਼ੀਏਟ ਕਰਿਆ ਕਰੋ ਕਿ ਇਹ ਐਕਟ ਤੁਸੀਂ ਪਹਿਲਾਂ ਪੜ੍ਹਿਆ। ਠੀਕ ਹੈ, ਇਹ ਚੀਜ਼ਾਂ ਵਾ। ਠੀਕ ਹੈ, ਚਲੀਏ ਅੱਗੇ। ਆਜੋ ਫਿਰ ਉਹ ਥਿਊਰੀ ਤੇ ਜਿਹੜਾ ਕਿ ਆਪਣਾ ਇਹ ਉਹ ਕੁਐਸਚਨ ਦੀ ਥਿਊਰੀ ਜਿਹੜਾ ਕਿ ਸਾਨੂੰ ਪੇਪਰ ਪੁੱਛਿਆ ਗਿਆ ਸੀਗਾ। ਕੁਝ ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਗਿਆ ਸੀ ਹਿੰਦੂ ਉੱਤਰਾਧਿਕਾਰ ਐਕਟ। ਠੀਕ ਆ, ਜਿਹੜਾ ਕਿ ਮੈਂ ਵੀਡੀਓ ਦੀ ਸਟਾਰਟਿੰਗ ਤੇ ਤੁਹਾਨੂੰ ਕੁਐਸਚਨ ਬੋਲ ਕੇ ਦੱਸਿਆ। ਵੇਖੋ 2005 ਦੇ ਵਿੱਚ ਹਿੰਦੂ ਉੱਤਰਾਧਿਕਾਰ ਐਕਟ ਜਿਹੜਾ ਲਾਗੂ ਕੀਤਾ ਗਿਆ ਸੀਗਾ, ਕਿਉਂਕਿ ਇਸ ਕਾਨੂੰਨ ਅਨੁਸਾਰ ਪੁੱਤਰ, ਧੀਆਂ ਤੇ ਉਹਨਾਂ ਦੀ ਮਾਂ ਤਿੰਨੋਂ ਪਰਿਵਾਰ ਦੀ ਜਾਇਦਾਦ ਦਾ ਹਿੱਸਾ ਲੈ ਸਕਦੇ ਹਨ। ਹੁਣ ਤੁਹਾਨੂੰ ਕੋਈ ਭੁਲੇਖਾ ਨਾ ਰਵੇ ਵੀ ਜਿਹੜੇ ਬੱਚੇ ਸੋਚਦੇ ਆ ਵੀ ਨਹੀਂ ਜੀ NCERT ਤੋਂ ਪੇਪਰ ਨਹੀਂ ਆਉਂਦਾ, ਆ ਮੇਰੇ ਹੱਥ ਦੇ ਵਿੱਚ 8ਵੀਂ ਕਲਾਸ ਦੀ NCERT ਆ। ਹੁਣ ਇਹ ਕੁਐਸਚਨ ਦੀ ਥਿਊਰੀ ਮੈਂ ਤੁਹਾਨੂੰ ਬੋਲ ਕੇ ਸੁਣਾਉਣੀ ਆ, ਕਿਉਂਕਿ ਕਈਆਂ ਨੂੰ ਲੱਗਦਾ ਹੋਊਗਾ ਕਿ ਪਤਾ ਨਹੀਂ ਕਿੱਥੋਂ ਕਰਾਈ ਜਾਂਦੇ। ਮੈਂ ਤੁਹਾਨੂੰ ਪੰਜਾਬੀ 'ਚ ਟਰਾਂਸਲੇਟ ਕਰਕੇ ਕਰਾ ਰਹੀ ਹਾਂ। ਹਿੰਦੀ ਮੀਡੀਅਮ ਦੇ ਵਿੱਚ NCERT ਹੁੰਦੀ ਆ ਤੇ ਜਾਂ ਫਿਰ ਇੰਗਲਿਸ਼ ਮੀਡੀਅਮ 'ਚ ਹੁੰਦੀ, ਤੁਹਾਨੂੰ ਪਤਾ ਹੀ ਆ। ਤੇ ਦੇਖੋ, हिंदू 2005 के हिंदू उत्तराधिकार संशोधन कानून के बारे में पढ़ा होगा आपने, मतलब कि बच्चों कह रहे हैं। इस नए कानून के मुताबिक बेटे, बेटियां और उनकी मां तीनों को परिवार की संपत्ति में बराबर हिस्सा मिल सकता है। इसी प्रकार प्रदूषण को नियंत्रित करने के लिए रोजगार मुहैया कराने के लिए भी नए कानून बनाए गए हैं। मैं हाईलाइट भी किया थे, ऊपर लिखा होया वा PS टैट 2022। ठीक है, सो इस पॉइंट नूं ध्यान दे विच रखना। हुण ये एक्ट क्यों लागू किया गया सी? वेखो पहलां दे समय दे विच की हुंदा सी कि परिवार की जिहड़ी जायदाद आ उहदा जिहड़ा हिस्सा वा, जायदाद दा हिस्सा वा सिर्फ पुत्तर ही लै सकदा, क्योंकि कुड़ियां दे नाल बहुत वितकरा हुंदा सी। ते मां दे नाल वितकरा किद्दां हुंदा है? मान लो मतलब जिवें पुत्तर विआहया गया हना, नौं आ गई ते नौं ते पुत्त मिल के मतलब कि ओह मतलब बूढ़ी दे नाल बहुत ज्यादा माड़ा बिहेवियर किया जाता सी। किसी वेले उहनूं रोटी पानी भी नहीं सी दित्ता जांदा, जां इक कोने दे विच सुੱਟ दित्ता जांदा सीगा। ਇਹ ਚੀਜ਼ਾਂ ਸੀਗੀਆਂ, मतलब ਉਹਨੂੰ ਕੁਝ ਵੀ ਸਮਝਿਆ ਨਹੀਂ ਸੀ ਜਾਂਦਾ। ਠੀਕ ਹੈ, मतलब ਨੌ मतलब ਜਦੋਂ ਪੁੱਤ ਵਿਆਹੇ ਜਾਂਦੇ ਆ ਤੇ ਕਾਫੀ ਕੁਝ ਹੋਣਾ ਸ਼ੁਰੂ ਹੋ ਜਾਂਦਾ ਹਨਾ। ਤੇ ਕਿਤੇ ਨਾ ਕਿਤੇ ਇਹ ਚੀਜ਼ਾਂ ਜਦੋਂ ਸਰਵੇ ਕੀਤਾ ਤੇ ਕਾਫੀ ਚੀਜ਼ਾਂ ਇਹ ਭਾਰਤ ਦੇ ਵਿੱਚ ਇਦਾਂ ਦੀਆਂ ਪਾਈਆਂ ਗਈਆਂ। ਕੰਪਲੇਂਟਸ ਵੀ ਬਜ਼ੁਰਗ ਲੇਡੀਜ਼ ਦੀਆਂ ਗਈਆਂ ਅਦਾਲਤਾਂ ਦੇ ਵਿੱਚ, ਰੋਂਦੀਆਂ ਫਿਰਦੀਆਂ ਸੀਗੀਆਂ ਉਹ। ਜਦੋਂ ਸਰਕਾਰ ਨੇ ਇਹ ਚੀਜ਼ ਦੇਖੀ ਤੇ ਇਹਨਾਂ ਨੇ ਕਿਹਾ ਕਿ ਜਦੋਂ ਜਾਇਦਾਦ ਦੇ ਵਿੱਚ ਹਿੱਸਾ ਹੀ ਬਣਾ ਦਾਂਗੇ ਮਾਂ ਦਾ ਵੀ ਧੀ ਦਾ ਵੀ, ਤੇ ਉਹਦੇ ਨਾਲ ਉਹਨਾਂ ਦਾ ਆਦਰ ਮਾਣ ਵਧੂਗਾ। ਉਹ ਤਾਂ ਉਹਨਾਂ ਨੂੰ ਕੁਝ ਸਮਝਦੇ ਨਹੀਂ। ਬਸ ਆਹੀ ਚੀਜ਼ ਕਰਕੇ ਇਹਨਾਂ ਨੇ 2005 ਦੇ ਵਿੱਚ ਇਹ ਐਕਟ ਪਾਸ ਕੀਤਾ ਸੀ। ਹੁਣ ਨਾ ਆਪਦਾ ਦਿਮਾਗ ਲਾਇਆ ਕਰੋ, ਪਾਸ ਤੇ ਹੋਇਆ 2005 ਦੇ ਵਿੱਚ। ਹੁਣ ਸਮਝੋ ਇਸ ਚੀਜ਼ ਨੂੰ, ਪੂਰਾ ਸਟਰਕਚਰ ਇਹਦਾ ਵੇਖੋ। 2005 ਦੇ ਵਿੱਚ ਇਹ ਪਾਸ ਹੋਇਆ ਸੀ। ਜੇਕਰ ਪੁੱਛਿਆ ਜਾਵੇ ਕਿ ਲਾਗੂ ਕਦੋਂ ਹੋਇਆ, ਫਿਰ 2006 ਦੇ ਵਿੱਚ ਹੋਇਆ ਸੀ। ਠੀਕ ਆ, ਇਹ ਚੀਜ਼ ਆ। ਬਾਕੀ ਮੈਨੂੰ ਵੀ ਥੋੜਾ ਡਾਊਟ ਹੈ ਕਿ 2005-6 ਦੇ ਵਿੱਚ, ਮੈਨੂੰ ਥੋੜਾ ਇਹਦਾ ਡਾਊਟ ਆ। ਫਿਲਹਾਲ ਤੁਸੀਂ 5 ਮੰਨ ਕੇ ਚਲੋ। ਮੈਂ ਤੁਹਾਨੂੰ ਟੈਲੀਗ੍ਰਾਮ ਤੇ ਇਹਦੀ ਕਲੈਰੀਫਿਕੇਸ਼ਨ ਦੇ ਦੂੰਗੀ। ਫਿਲਹਾਲ ਤੁਹਾਨੂੰ ਇਹਦੀ ਥਿਊਰੀ ਪਤਾ ਲੱਗ ਗਈ, 2005 ਹੀ ਮੰਨ ਕੇ ਚੱਲੋ। ਮੈਨੂੰ ਲੱਗਦਾ ਵਾ ਕਿ ਕੋਈ ਵੀ ਕਾਨੂੰਨ ਜਦੋਂ ਪਾਸ ਹੁੰਦਾ ਵਾ ਨਾ, ਤੇ ਪੁਰਾਣੇ ਸਮੇਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਲਾਗੂ ਹੋਣ ਤੇ ਉਸ ਚੀਜ਼ ਨੂੰ ਟਾਈਮ ਲੱਗਦਾ। ਕਿਉਂਕਿ ਕੁਐਸਚਨ ਦੇ ਵਿੱਚ ਕਿਹਾ ਵੀ ਪਾਸ ਕਦੋਂ ਹੋਇਆ,
ਪਾਸ ਤਾਂ 2005 ਦੇ ਵਿੱਚ ਹੋਇਆ, ਪਰ ਲਾਗੂ ਕਰਨ ਦੀ ਕੋਈ ਵੀ ਗੱਲ ਇਹਨਾਂ ਨੇ NCERT ਦੇ ਵਿੱਚ ਨਹੀਂ ਦਿੱਤੀ। ਇਹਦੀ ਕਲੈਰੀਫਿਕੇਸ਼ਨ ਮੈਂ ਤੁਹਾਨੂੰ ਟੈਲੀਗ੍ਰਾਮ ਤੇ ਦੱਸ ਦੂੰਗੀ। ਜਿਨ੍ਹਾਂ ਬੱਚਿਆਂ ਨੇ ਟੈਲੀਗ੍ਰਾਮ ਨਹੀਂ ਜੁਆਇਨ ਕੀਤਾ, ਡਿਸਕ੍ਰਿਪਸ਼ਨ ਚੈੱਕ ਕਰ ਲਿਓ, ਉੱਥੇ ਤੁਹਾਨੂੰ ਮੇਰੇ ਟੈਲੀਗ੍ਰਾਮ ਦਾ ਲਿੰਕ ਮਿਲ ਜੂਗਾ। ਕਲੀਅਰ। ਅਗਲੇ ਐਕਟ ਤੇ ਆ ਜਾਓ। 2006 ਦਾ ਘਰੇਲੂ ਹਿੰਸਾ ਐਕਟ, PS ਸੈਟ ਵਾਲਿਓ ਏਦਾਂ ਦੇ ਕੁਐਸਚਨ ਆਉਣੇ ਜੇ ਤੁਹਾਨੂੰ SST ਦੇ ਵਿੱਚ। ਠੀਕ ਆ। ਘਰੇਲੂ ਹਿੰਸਾ ਐਕਟ ਹੁਣ ਹੁੰਦਾ ਕੀ ਸੀ ਹਨਾ, ਮਤਲਬ ਬੰਦਾ ਦਾਰੂ ਦੂਰੂ ਪੀ ਕੇ ਆਇਆ, ਨਸ਼ਾ ਨੁਸ਼ਾ ਕਰਕੇ ਆਇਆ, ਘਰ ਆ ਕੇ ਘਰ ਵਾਲੀ ਨੂੰ ਕੁੱਟ ਦਿੱਤਾ ਹਨਾ, ਵਿਚਾਰੀ ਦੀ ਚੰਗੀ ਛਿੱਲ ਲਾਈ, ਬੱਚਿਆਂ ਨੂੰ, ਜਾਂ ਕਹਿ ਲਓ ਵੀ ਘਰ ਦੇ ਵਿੱਚ ਘਰੇਲੂ ਇਸਤਰੀ ਦੀ ਕੁੱਟ ਮਾਰ ਹਨਾ, ਜਾਂ ਕਹਿ ਲਓ ਇਹਦੇ ਵਿੱਚ ਕੀ ਆਉਂਦਾ। ਇੱਕ ਤੁਸੀਂ ਨਾ ਨੋਟ ਕਰ ਲਓ ਵੀ ਘਰੇਲੂ ਹਿੰਸਾ ਦੇ ਵਿੱਚ ਕੀ ਆਉਂਦਾ। ਇਹਦੇ ਵਿੱਚ ਆਊਗਾ ਸਰੀਰਕ ਤੌਰ ਤੇ ਕੁੱਟ ਮਾਰ ਹਨਾ, ਸਰੀਰਕ ਤੌਰ ਤੇ ਕੁੱਟ ਮਾਰ ਕਹਿ ਲਓ ਹਨਾ, ਸਰੀਰਕ ਤੌਰ ਤੇ ਔਰਤ ਦੇ ਨਾਲ ਕੁੱਟ ਮਾਰ, ਜਾਂ ਮਾਨਸਿਕ ਤੌਰ ਤੇ ਪਰੇਸ਼ਾਨ ਕਰਨਾ, ਮਾਨਸਿਕ ਤੌਰ ਤੇ ਪਰੇਸ਼ਾਨ ਕਰਨਾ ਹਨਾ, ਤੇ ਜਾਂ ਫਿਰ ਤੀਜੇ ਨੰਬਰ ਤੇ ਇਹਦੇ ਵਿੱਚ ਆਊਗਾ ਕਿ ਜਿਹੜੇ ਜ਼ਬਰਦਸਤੀ ਕਹਿ ਲਓ ਵੀ ਯੋਨ ਸੰਬੰਧ ਜਿਹੜੇ ਆ ਉਹ ਬਣਾਉਣੇ ਹਨਾ। ਤੇ ਜਦੋਂ ਇਹ ਚੀਜ਼ਾਂ ਵੇਖੀਆਂ ਗਈਆਂ ਭਾਰਤ ਦੇ ਵਿੱਚ ਔਰਤ ਦੇ ਨਾਲ ਸਪੈਸ਼ਲ, ਤੇ ਉਦੋਂ ਫਿਰ ਜਿਹੜਾ ਸੀਗਾ 2002 ਦੇ ਵਿੱਚ ਰਾਜ ਸਭਾ ਦੇ ਵਿੱਚ ਘਰੇਲੂ ਹਿੰਸਾ ਐਕਟ ਦੀ ਸਿਫਾਰਿਸ਼ ਲਾਈ ਗਈ ਵੀ ਆਹ ਕੁਝ ਸਾਡੇ ਸਮਾਜ ਦੇ ਵਿੱਚ, ਸਾਡੇ ਭਾਰਤ ਦੇ ਵਿੱਚ ਔਰਤਾਂ ਨੂੰ ਸਹਿਣ ਕਰਨਾ ਪੈ ਰਿਹਾ ਵਾ। ਠੀਕ ਆ। ਤੇ ਇਹਦੀ ਸਿਫਾਰਿਸ਼ ਜਿਹੜੀ ਆ ਰਾਜ ਸਭਾ ਦੇ ਵਿੱਚ ਲਾਈ ਗਈ। 2002 ਦੇ ਵਿੱਚ ਸਿਫਾਰਿਸ਼ ਲੱਗੀ ਰਾਜ ਸਭਾ ਦੇ ਵਿੱਚ, ਤੇ 2005 ਦੇ ਵਿੱਚ ਇਹ ਜਿਹੜਾ ਐਕਟ ਸੀਗਾ ਸੰਸਦ ਦੇ ਸਾਹਮਣੇ ਪੇਸ਼ ਕੀਤਾ ਗਿਆ। ਜਦੋਂ ਸੰਸਦ ਦੇ ਸਾਹਮਣੇ ਪੇਸ਼ ਕੀਤਾ ਗਿਆ ਤੇ ਮਨਜ਼ੂਰੀ ਮਿਲ ਗਈ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕੋਈ ਕਾਨੂੰਨ ਪਹਿਲਾਂ ਬਿੱਲ ਦੇ ਰੂਪ ਵਿੱਚ ਹੁੰਦਾ ਵਾ, ਜਦੋਂ ਬਿੱਲ ਪਾਸ ਹੋ ਜਾਂਦਾ ਵਾ ਫਿਰ ਉਹ ਬਣਦਾ ਵਾ ਕਾਨੂੰਨ। ਬਿੱਲ ਸੰਸਦ ਦੇ ਵਿੱਚੋਂ ਪਾਸ ਹੋ ਕੇ ਰਾਸ਼ਟਰਪਤੀ ਦੇ ਸਿਗਨੇਚਰ ਕਰਨ ਲਈ ਜਾਂਦਾ। ਹੁਣ ਕੁਝ ਕਾਨੂੰਨ ਏਦਾਂ ਦੇ ਆ ਜਿਹਦੇ ਤੇ ਰਾਸ਼ਟਰਪਤੀ ਦੀ ਪਹਿਲਾਂ ਪ੍ਰਵਾਨਗੀ ਲੈਣੀ ਪੈਂਦੀ, ਕੁਝ ਕਾਨੂੰਨ ਏਦਾਂ ਦੇ ਆ ਜਿਹਦੇ ਤੇ ਸਿਰਫ ਉਹਨੇ ਸਿਗਨੇਚਰ ਹੀ ਕਰਨੇ ਹੁੰਦੇ ਆ। ਰਾਸ਼ਟਰਪਤੀ ਵਾਲਾ ਟੌਪਿਕ ਵੀ ਆਪਣਾ ਚੱਲ ਰਿਹਾ, ਉਹਦੇ ਵਿੱਚ ਜਿਹੜੀਆਂ ਰਾਸ਼ਟਰਪਤੀ ਦੀਆਂ ਕਾਰਜਕਾਰੀ ਸਾਧਕੀ ਸ਼ਕਤੀਆਂ ਆਉਂਦੀਆਂ, ਉਹਦੇ ਵਿੱਚ ਬਸ ਆਪਾਂ ਇਹੋ ਸਾਰਾ ਕੁਝ ਕਰਨਾ। ਐ ਵਕੀਲ ਬਣਾ ਕੇ ਛੱਡੂ ਤੁਹਾਨੂੰ ਮੈਂ। ਠੀਕ ਆ। ਤੇ ਇਹ ਚੀਜ਼ਾਂ ਵਾ। ਸੋ 2005 ਦੇ ਵਿੱਚ ਸੰਸਦ ਦੇ ਵਿੱਚ ਪੇਸ਼ ਹੁੰਦਾ ਵਾ, ਤੇ ਜਦੋਂ ਮਨਜ਼ੂਰੀ ਮਿਲ ਜਾਂਦੀ ਆ, ਮਨਜ਼ੂਰੀ ਮਿਲਣ ਤੋਂ ਬਾਅਦ ਕਾਨੂੰਨ ਜਿਹੜਾ ਵਾ 2006 ਦੇ ਵਿੱਚ ਇਹ ਲਾਗੂ ਕਰ ਦਿੱਤਾ ਜਾਂਦਾ ਵਾ ਪੂਰੇ ਭਾਰਤ ਦੇ ਵਿੱਚ। ਇਸ ਐਕਟ ਦੇ ਤਹਿਤ ਕਿਸੇ ਵੀ ਔਰਤ ਦੇ ਨਾਲ ਕੋਈ ਸਰੀਰਕ ਕੁੱਟਮਾਰ ਹੁੰਦੀ ਆ, ਜਾਂ ਉਹਨੂੰ ਕਿਸੇ ਵੀ ਧਿਰ ਵੱਲੋਂ ਜਾਂ ਕਿਸੇ ਵੀ ਪਰਿਵਾਰਕ ਮੈਂਬਰ ਵੱਲੋਂ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾਂਦਾ ਵਾ। ਠੀਕ ਆ। ਇਹ ਨਹੀਂ ਕਿ ਘਰੇਲੂ ਹਿੰਸਾ, ਇਹ ਨਹੀਂ ਕਿ ਘਰੇਲੂ ਔਰਤ ਦੇ ਵਿੱਚ ਉਹ ਵੀ ਔਰਤ ਆ ਜੂਗੀ ਜਿਹੜੀ ਜਾਂ ਤਾਂ ਕਿਸੇ ਕਿਰਾਏ ਤੇ ਰਹਿ ਰਹੀ ਆ ਤੇ ਉੱਥੇ ਵੀ ਕਿਰਾਏਦਾਰ ਉਹਨੂੰ ਤੰਗ ਪਰੇਸ਼ਾਨ ਕਰ ਰਿਹਾ, ਉਹ ਵੀ ਇਸ ਐਕਟ ਦੇ ਤਹਿਤ ਜਿਹੜੀ ਆ ਕਾਰਵਾਈ ਕਰ ਸਕਦੀ ਆ। ਠੀਕ ਆ। ਤੇ ਦੂਜੀ ਜਿਹੜੀ ਕਿਸੇ ਦੇ ਨਾਲ ਸਾਂਝੇ ਤੌਰ ਤੇ ਕਿਸੇ ਘਰ ਵਿੱਚ ਰਹਿ ਰਹੀ ਆ, ਉਹ ਵੀ ਇਸ ਐਕਟ ਦੀ ਵਰਤੋਂ ਕਰਕੇ, ਜੇਕਰ ਉਹਦੇ ਨਾਲ ਵੀ ਕੁਛ ਏਦਾਂ ਦਾ ਹੋ ਰਿਹਾ, ਉਹ ਵੀ ਇਸ ਐਕਟ ਦੀ ਵਰਤੋਂ ਕਰਕੇ ਕਾਰਵਾਈ ਕਰ ਸਕਦੀ ਆ। ਸੋ ਸਰੀਰਕ ਕੁੱਟਮਾਰ, ਮਾਨਸਿਕ ਤੌਰ ਤੇ ਪਰੇਸ਼ਾਨ ਤੇ ਯੋਨ ਸੰਬੰਧ ਮਤਲਬ ਜ਼ਬਰਦਸਤੀ ਕੁਛ ਵੀ ਹਨਾ, ਏਦਾਂ ਦੀਆਂ ਚੀਜ਼ਾਂ ਜਿਹੜੀਆਂ ਵਾ ਜੇਕਰ ਔਰਤ ਦੇ ਨਾਲ ਹੁੰਦੀਆਂ ਵਾ ਤੇ ਉਹ 2006 ਘਰੇਲੂ ਹਿੰਸਾ ਐਕਟ ਦੇ ਤਹਿਤ ਕੀ ਆ, ਕਾਨੂੰਨੀ ਜੁਰਮ ਆ। ਤੇ ਹੁਣ ਮੈਂ ਤੁਹਾਨੂੰ ਫੌਜਦਾਰੀ ਤੇ ਦੀਵਾਨੀ ਕਾਨੂੰਨ ਕਰਵਾਏ ਸੀ। ਇਹ ਜਿਹੜਾ ਐਕਟ ਆ ਜਾਂ ਇਹ ਜਿਹੜੀ ਸਾਡੀ ਘਰੇਲੂ ਹਿੰਸਾ ਵਾ ਕਿਹਦੇ ਤਹਿਤ ਆਉਂਦੀ ਆ, ਦੀਵਾਨੀ ਕਾਨੂੰਨ ਦੇ ਤਹਿਤ ਆਉਂਦੀ ਆ। ਆਹ ਵਾਲਾ ਕੁਐਸਚਨ ਦੇ ਚਾਂਸ 100% ਆ, ਪੁੱਛਿਆ ਜਾਊਗਾ ਪੇਪਰ ਦੇ ਵਿੱਚ ਤੇ ਪੁੱਛਿਆ ਗਿਆ ਵੀ ਆ। ਚਲੋ ਮੈਨੂੰ ਹਿੰਦੂ ਉੱਤਰਾਧਿਕਾਰ ਐਕਟ ਦਾ ਤੇ ਮੈਨੂੰ ਯਾਦ ਸੀ ਵੀ 2022 ਦੇ ਵਿੱਚ, ਪਤਾ ਨਹੀਂ 22 ਕਿ 21 ਆ ਹਨਾ, ਪੁੱਛਿਆ ਗਿਆ ਸੀ, ਪਰ ਮੈਨੂੰ ਘਰੇਲੂ ਹਿੰਸਾ ਐਕਟ ਦਾ ਨਹੀਂ ਪਤਾ ਵੀ ਇਹ ਕਿਹੜੇ ਪੇਪਰ 'ਚ ਪੁੱਛਿਆ ਗਿਆ ਸੀ। ਬਸ ਮੈਨੂੰ ਇੰਨਾ ਯਾਦ ਆ ਵੀ ਇਹ ਪੁੱਛਿਆ ਗਿਆ ਸੀ, ਇਹ ਵੀ ਆਇਆ ਸੀ, ਤੇ ਇਸ ਕੁਐਸਚਨ ਦੇ ਬਹੁਤ ਜ਼ਿਆਦਾ ਚਾਂਸ ਆ ਕਿ ਸਾਨੂੰ ਪੇਪਰ ਦੇ ਵਿੱਚ ਕੀ ਆ ਪੁੱਛਿਆ ਜਾ ਸਕਦਾ ਆ। ਅੱਜ ਦੀ ਕਲਾਸ ਜਿਹੜੀ ਆ ਇੰਨੀ ਕੁ ਜ਼ਿਆਦਾ ਇੰਪੋਰਟੈਂਟ ਆ। ਦੇਖੋ ਜਦੋਂ ਮੈਂ NCERT ਦੀ ਸ਼ੁਰੂਆਤ ਕੀਤੀ ਸੀ 8ਵੀਂ ਕਲਾਸ ਦੀ, ਠੀਕ ਆ, ਟੋਟਲ ਚੈਪਟਰ ਕਿੰਨੇ ਸੀ 10, ਪਰ ਮੈਂ ਐਂਡ ਤੋਂ ਚੈਪਟਰ ਕਰਾਉਣੇ ਸ਼ੁਰੂ ਕੀਤੇ। ਮੈਂ ਇਦਾਂ ਹੀ ਕਿਉਂ ਕੀਤਾ, ਮੈਂ ਪਹਿਲਾਂ 10ਵਾਂ ਕਰਾਇਆ, ਫਿਰ ਮੈਂ 9ਵਾਂ ਕਰਾਇਆ, ਫਿਰ ਮੈਂ 8ਵਾਂ ਕਰਵਾਇਆ,
फिर मैं 7वां कराया, फिर मैं 6वां कराया, फिर मैं 5वां कराया, शायद ये अपना चैप्टर 5वां वा। ठीक है, एंड तो ही मैं क्यों करवाया, क्योंकि इन्हां चैप्टरां दे विच जिन्ना भी डाटा वा उस डाटे दे साडे पीएसटेट दे पेपर विच पुछे जाण दे बहुत ज़्यादा चांस आ। ठीक आ, हुण वेखो जिहड़ा ਇਹ चीज़ आ, वेखो कहंदे कि जिस औरत नाल दुर्व्यवहार होया होवे उस लई पीड़ित शब्द जिहड़ा प्रयोग कीता जांदा। ਇਹ ਸਾਡੀਆਂ ਅਦਾਲਤਾਂ ਕਹਿ ਰਹੀਆਂ, ਇਹ ਚੀਜ਼ ਸਾਡੀ ਸੁਪਰੀਮ ਕੋਰਟ ਕਹਿ ਰਹੀ ਆ। ਠੀਕ ਆ, ਇਹ ਚੀਜ਼ ਕੌਣ ਕਹਿ ਰਹੀ ਆ, ਇਹ ਚੀਜ਼ ਸਾਡੀ ਸੁਪਰੀਮ ਕੋਰਟ ਕਹਿ ਰਹੀ ਆ। ਹੁਣ ਵੇਖੋ ਬਹੁਤ ਇੰਪੋਰਟੈਂਟ ਚੀਜ਼ ਆ, ਵੇਖੋ ਘਰੇਲੂ ਹਿੰਸਾ ਐਕਟ ਦੀ ਅਜੇ ਗੱਲ ਹੋ ਰਹੀ ਆ। ਮੰਨ ਲਓ ਅਸੀਂ ਅਖਬਾਰਾਂ ਪੜ੍ਹਦੇ ਆ, ਕੋਈ ਵੀ ਨਿਊਜ਼ ਦੇਖਦੇ ਆ, ਉਹਦੇ ਲਈ ਪੀੜਤ ਔਰਤ ਇਨਸਾਫ ਦੀ ਮੰਗ ਕਰ ਰਹੀ ਹੈ, ਪੀੜਤ ਵਿਅਕਤੀ ਇਨਸਾਫ ਦੀ ਮੰਗ ਕਰ ਰਿਹਾ ਹੈ, ਇਹੋ ਸ਼ਬਦ ਆਪਾਂ ਹੈਡਲਾਈਨਸ ਇਹੋ ਸ਼ਬਦ ਆਪਾਂ ਪੜ੍ਹਦੇ। ਪਰ ਸਾਡੀ ਸੁਪਰੀਮ ਕੋਰਟ, ਸਾਡੀ ਅਦਾਲਤ, ਸਾਡਾ ਕਾਨੂੰਨ ਕਹਿੰਦਾ ਵੀ ਪੀੜਤ ਸ਼ਬਦ ਵਰਤਣਾ ਗਲਤ ਆ। ਕਿਉਂ ਗਲਤ ਆ? ਪੀੜਤ ਦਾ ਮਤਲਬ ਤੇ ਇਹੀ ਹੋ ਗਿਆ ਨਾ ਵੀ ਲਾਈਫ ਟਾਈਮ ਉਹ ਪੀੜਾ ਹੀ ਸਹੀ ਜਾਵੇ। ਫਿਰ ਉਹ ਅਦਾਲਤ ਦੇ ਵਿੱਚ ਕਿਉਂ ਗਈ? ਮਤਲਬ ਪੀੜਤ, ਆਪਾਂ ਕਿਸੇ ਨੂੰ ਪੀੜਤ ਕਵਾਂਗੇ, ਹੁਣ ਮੈਨੂੰ ਕੋਈ ਪੀੜਤ ਕਵੇ ਇਹਦਾ ਮਤਲਬ ਇਹ ਕਿ ਮੈਂ ਪੀੜਾ ਸਹਿ ਰਹੀ ਹਾਂ ਤੇ ਮੈਂ ਸਹਿੰਦੀ ਰਹੂੰਗੀ। ਫਿਰ ਇਹ ਸ਼ਬਦ ਤਾਂ ਗਲਤ ਆ ਨਾ, ਵੀ ਆਪਾਂ ਉਸ ਔਰਤ ਲਈ ਪੀੜਤ ਸ਼ਬਦ ਵਰਤ ਰਹੇ, ਉਹ ਪੀੜਤ ਸ਼ਬਦ ਗਲਤ ਆ ਵਰਤਣਾ। ਤੇ ਸਾਡੇ ਕੀ ਕਹਿੰਦੇ, ਸਾਡੀਆਂ ਅਦਾਲਤਾਂ ਕਹਿੰਦੀਆਂ ਕਿ ਪੀੜਤ ਦੀ ਥਾਂ ਸਰਵਾਈਵਰ, ਅੰਗਰੇਜ਼ੀ ਦਾ ਸ਼ਬਦ ਆ ਸਰਵਾਈਵਰ ਸ਼ਬਦ ਵਰਤਣਾ ਚਾਹੀਦਾ ਵਾ। ਕੋਈ ਵੀ ਖਬਰ ਅਖਬਾਰ ਚ ਆਉਂਦੀ ਆ, ਕੋਈ ਵੀ ਹੈਡਲਾਈਨ, ਸਰਵਾਈਵਰ ਵਿਅਕਤੀ ਇਨਸਾਫ ਦੀ ਮੰਗ ਕਰ ਰਿਹਾ ਹੈ, ਸਰਵਾਈਵਰ ਸ਼ਬਦ ਆਉਣਾ ਚਾਹੀਦਾ, ਨਾ ਕਿ ਪੀੜਤ ਸ਼ਬਦ ਆਉਣਾ ਚਾਹੀਦਾ। ਹੁਣ ਸਰਵਾਈਵਰ ਸ਼ਬਦ ਦਾ ਮਤਲਬ ਕੀ ਆ? ਜੋ ਬਚਿਆ ਰਹੇ। ਬਹੁਤ ਸੋਹਣਾ ਸ਼ਬਦ ਆ। ਵੀ ਹੁਣ ਜੇਕਰ ਉਹਨੂੰ ਕੋਈ ਵੀ ਉਹਦੇ ਨਾਲ ਕੋਈ ਘਰੇਲੂ ਹਿੰਸਾ ਹੋਈ ਔਰਤ ਦੇ ਨਾਲ, ਹਨਾ, ਤੇ ਉਹ ਹੁਣ ਅਦਾਲਤ ਚ ਚਲੇਗੀ ਆ, ਹਨਾ, ਤੇ ਉਸ ਤੋਂ ਬਾਅਦ ਉਹਦੇ ਲਈ ਸਰਵਾਈਵਰ ਸ਼ਬਦ ਵਰਤਿਆ ਜਾਵੇ। ਵੀ ਹੁਣ ਤੱਕ ਉਹ ਮਤਲਬ ਜਦੋਂ ਉਹ ਅਦਾਲਤ ਦੇ ਵਿੱਚ ਆਈ ਨਹੀਂ ਸੀ, ਕਾਨੂੰਨ ਦੇ ਵਿੱਚ ਉਹਨੇ ਮੰਗ ਜਿਹੜੀ ਆਪਣੀ ਨਹੀਂ ਸੀ ਲਈ, ਉਸ ਤੋਂ ਪਹਿਲਾਂ ਉਹ ਪੀੜਤ ਸੀ। ਪਰ ਜਦੋਂ ਉਹ ਅਦਾਲਤ ਦੇ ਵਿੱਚ ਆ ਗਈ, ਉਹਨੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ, ਉਦੋਂ ਉਹ ਪੀੜਤ ਨਹੀਂ ਰਹੀ, ਉਦੋਂ ਉਹ ਕੀ ਹੋ ਗਈ, ਉਦੋਂ ਉਹ ਸਰਵਾਈਵਰ ਹੋ ਗਈ। ਕਨਸੈਪਟ ਕਲੀਅਰ ਹੋ ਗਿਆ? ਸੋ ਮੈਨੂੰ ਤੁਸੀਂ ਕਮੈਂਟ ਕਰਕੇ ਦੱਸਣਾ ਵਾ ਕਿ ਤੁਸੀਂ ਐਦਾਂ ਦੀ ਪੋਲੀਟੀਕਲ ਪਹਿਲਾਂ ਪੜ੍ਹੀ ਆ ਜਾਂ ਨਹੀਂ। ਜਿਹੜਾ ਬੱਚਾ ਲਾਈਕ ਕਰਦਾ ਉਹ ਕਮੈਂਟ ਵੀ ਜ਼ਰੂਰ ਕਰੇ, ਕੰਪਲਸਰੀ ਆ। ਠੀਕ ਆ, ਕਿਉਂਕਿ ਮੇਰੀ ਮਿਹਨਤ ਲੱਗ ਰਹੀ ਆ। ਠੀਕ ਆ, ਇਹ ਚੀਜ਼ ਆ, ਇਸ ਚੀਜ਼ ਨੂੰ ਧਿਆਨ ਦੇ ਨਾਲ ਸੁਣਨਾ। ਹੁਣ ਅਗਲੀ ਚੀਜ਼ ਸੁਣੋ, ਵੀ ਸਾਡਾ ਜਿਹੜਾ ਭਾਰਤ ਦਾ ਕਾਨੂੰਨ ਆ, ਬਸ ਗੱਲਾਂ ਨੂੰ ਸੁਣ ਕੇ ਸਮਝ ਜਾਣਾ, ਜਿਹੜਾ ਸਾਡਾ ਭਾਰਤ ਦਾ ਕਾਨੂੰਨ ਆ, ਕਿ ਇਹ ਇੱਕ ਪੱਖ ਦੀ ਹੀ ਜਿਹੜੀ ਹੈਲਪ ਕਰਦਾ, ਜਾਂ ਇੱਕ ਪੱਖ ਦਾ ਹੀ ਨਿਆਂ ਕਰਦਾ, ਜਾਂ ਦੂਜੇ ਪੱਖ ਦਾ ਵੀ ਨਿਆਂ ਕਰਦਾ। ਹੁਣ ਸਾਡੀ ਨਿਆਂਪਾਲਿਕਾ ਨੇ ਇੱਕ ਬਹੁਤ ਤਕੜੀ ਚੀਜ਼ ਕਹੀ, ਕਹਿੰਦੇ ਵੀ ਸਾਡੇ ਵੇਖੋ, ਅਸੀਂ ਜਦੋਂ ਵੀ ਬਾਹਰ ਘਰ ਤੋਂ ਨਿਕਲਦੇ ਆ, ਸੜਕਾਂ ਤੇ ਸ਼ਹਿਰ ਜਦੋਂ ਵੀ ਅਸੀਂ ਕਿਤੇ ਜਾਂਦੇ ਆ, ਤੇ ਸਾਨੂੰ ਫੁੱਟਪਾਥ ਤੇ ਬਹੁਤ ਰੇੜੀਆਂ ਵਾਲੇ ਮਿਲਦੇ ਆ, ਹਨਾ, ਰੇੜੀਆਂ ਵਾਲੇ ਛੋਟੇ ਮੋਟੇ ਦੁਕਾਨਦਾਰ, ਹਨਾ, ਕਿਸੇ ਨੇ ਆਪਣੀ ਚਾਹ ਦੀ ਦੁਕਾਨ ਛੋਟੀ ਮੋਟੀ ਖੋਲੀ ਹੁੰਦੀ ਆ, ਕਿਸੇ ਨੇ, ਹਨਾ, ਫਾਸਟ ਫੂਡ ਵਾਲੇ ਕਿੰਨੇ ਸਾਨੂੰ ਫੁੱਟਪਾਥ ਤੇ ਮਿਲਦੇ, ਅਸੀਂ ਖਾਂਦੇ ਵੀ ਆ, ਹਨਾ। ਤੇ ਇਹ ਚੀਜ਼ ਆ, ਤੇ ਮਤਲਬ ਪਿੱਛੇ ਜੇ ਕੀ ਹੋਇਆ, ਅੱਜ ਤੋਂ ਕੁਝ ਸਾਲ ਪਹਿਲਾਂ ਸਾਡੀ ਨਿਆਂਪਾਲਿਕਾ ਕਹਿੰਦੀ ਕਿ ਫੁੱਟਪਾਥ ਜਿਹੜੇ ਆ ਉਹ ਬਿਲਕੁਲ ਸਾਫ਼ ਹੋਣੇ ਚਾਹੀਦੇ ਆ, ਉੱਥੇ ਕੋਈ ਵੀ ਜਿਹੜਾ ਭੀੜ ਭੜੱਕਾ ਨਹੀਂ ਹੋਣਾ ਚਾਹੀਦਾ, ਫੁੱਟਪਾਥ ਬਿਲਕੁਲ ਖੁੱਲੇ ਹੋਣੇ ਚਾਹੀਦੇ ਆ, ਤਾਂ ਕਿ ਆਮ ਲੋਕਾਂ ਨੂੰ ਫੁੱਟਪਾਥ ਤੇ ਚੱਲਣ ਦੇ ਦੌਰਾਨ ਕੋਈ ਵੀ ਜਿਹੜੀ ਦਿੱਕਤ ਨਾ ਆਵੇ। ਕਹਿੰਦੇ ਜੇ ਫੁੱਟਪਾਥ ਹੀ ਭਰੇ ਰਹਿਣਗੇ ਰੇੜੀਆਂ ਦੁਕਾਨਦਾਰਾਂ ਦੇ ਨਾਲ, ਤੇ ਜਿਹੜੇ ਆਮ ਪੈਦਲ ਚੱਲਣ ਵਾਲੇ ਲੋਕ ਆ ਉਹ ਵਿੱਚ ਸੈਂਟਰ ਦੇ ਚੱਲਣਗੇ, ਜਿਹਦੇ ਨਾਲ ਹਾਦਸੇ ਹੋਣ ਦਾ ਵੀ ਖਤਰਾ ਜ਼ਿਆਦਾ। ਇਹ ਚੀਜ਼ ਆ। ਹੁਣ ਕੀ ਕੀਤਾ, ਕਹਿੰਦੇ ਕਿ ਇਹਨਾਂ ਨੇ ਕੀ ਕੀਤਾ, ਉਸ ਸਮੇਂ ਇਹਨਾਂ ਨੇ ਫੁੱਟਪਾਥ ਤੋਂ ਰੇੜੀਆਂ ਵਾਲੇ ਹਟਾ ਤੇ, ਦੁਕਾਨਦਾਰ ਹਟਾ ਤੇ ਫਿਰ ਨਿਆਂਪਾਲਿਕਾ ਤੇ ਸਵਾਲ ਉੱਠਿਆ ਕਿ ਆਖਰ ਜਿਹੜੇ ਰੇੜੀਆਂ ਵਾਲੇ ਆ ਜਾਂ ਜਿਹੜੇ ਛੋਟੇ ਮੋਟੇ ਦੁਕਾਨਦਾਰ ਆ, ਕੀ ਉਹਨਾਂ ਦੇ ਅਧਿਕਾਰਾਂ ਦੀ ਉਲੰਘਣਾ ਨਹੀਂ ਹੋ ਰਹੀ? ਕੀ ਉਹ ਆਪਦੀ ਰੋਜ਼ੀ ਰੋਟੀ ਕਮਾਉਣ ਲਈ, ਕਿਉਂਕਿ ਉਹਨਾਂ ਕੋਲ ਇੰਨਾ ਪੈਸਾ ਨਹੀਂ ਵੀ ਉਹ ਆਪਣੀ ਦੁਕਾਨ ਖੋਲ ਸਕਣ, ਕੋਈ ਜਗ੍ਹਾ ਲੈ ਕੇ ਦੁਕਾਨ ਖੋਲ ਸਕਣ, ਉਹ ਤਾਂ ਫੁੱਟਪਾਥ ਤੇ ਆਪਣੀ ਛੋਟੀ ਮੋਟੀ ਰੇੜੀ ਲਾ ਕੇ ਉਹ ਆਪਣੀ ਰੋਜ਼ੀ ਰੋਟੀ ਕਮਾਉਂਦੇ ਆ, ਹਨਾ। ਇਹ ਚੀਜ਼ ਆ। ਤੇ ਸਵਾਲ ਉੱਠੇ ਨਿਆਂਪਾਲਿਕਾ ਤੇ ਕਿ ਫੁੱਟਪਾਥ ਤੋਂ ਰੇੜੀ ਵਾਲੇ ਨੂੰ ਹਟਾ ਦੇਣਾ, ਦੁਕਾਨਦਾਰ ਵਾਲਾ ਨੂੰ ਹਟਾ ਦੇਣਾ, ਕੀ ਸਹੀ ਆ? ਇਹ ਸਹੀ ਨਹੀਂ ਸੀ, ਕਿਉਂਕਿ ਇੱਕ ਤਾਂ ਇਹਦੇ ਨਾਲ ਜਿਹੜੇ ਸਾਡੇ ਛੋਟੇ ਮੋਟੇ ਰੇੜੀਦਾਰ ਆ ਜਾਂ ਜਿਹੜੇ ਦੁਕਾਨਦਾਰ ਆ, ਇੱਕ ਤਾਂ ਉਹਨਾਂ ਦੀ ਰੋਜੀ ਰੋਟੀ ਜਾਂਦੀ ਆ,
ਦੂਜੀ ਚੀਜ਼ ਉਹਦੇ ਆਪੋਜ਼ਿਟ ਇਹ ਕਿ ਜਿਹੜੇ ਆਮ ਲੋਕ ਆ, ਹੁਣ ਸਾਰੇ ਲੋਕੀ ਜਿਹੜੇ ਆ ਮਾਲ ਦੇ ਵਿੱਚ ਕੋਈ ਚੀਜ਼ ਖਰੀਦਣ ਨਹੀਂ ਜਾ ਸਕਦੇ, ਸਾਰੇ ਲੋਕੀ ਰੈਸਟੋਰੈਂਟ ਦੇ ਵਿੱਚ ਬਹਿ ਕੇ ਖਾਣਾ ਨਹੀਂ ਖਾ ਸਕਦੇ। ਮਾਲ ਅਮੀਰ ਲੋਕਾਂ ਲਈ, ਜਾਂ ਅਮੀਰ ਲੋਕ ਜ਼ਿਆਦਾ ਮਾਲ ਜਾਂਦੇ ਆ, ਹਨਾ, ਸਾਨੂੰ ਸਾਰਿਆਂ ਨੂੰ ਪਤਾ। ਵੱਡੇ ਵੱਡੇ ਰੈਸਟੋਰੈਂਟ, ਵੱਡੇ ਵੱਡੇ ਹੋਟਲ, ਉੱਥੇ ਕੌਣ ਜਾਂਦੇ? ਵੱਡੇ ਲੋਕ ਜਾਂਦੇ ਆ। ਸਾਡੇ ਵਰਗੇ ਤੇ ਰੇਹੜੀਆਂ ਤੋਂ ਵੀ ਕੰਮ ਸਾਰ ਲੈਂਦੇ ਆ। ਫਿਰ ਉਹ ਆਮ ਲੋਕਾਂ ਦਾ ਕੀ ਹੋਊਗਾ? ਕਿਉਂਕਿ ਇਹਦੇ ਨਾਲ ਦੋਨੋਂ ਹੀ ਮਤਲਬ, ਕਿਉਂਕਿ ਉਹ ਇੰਟਰਡਿਪੈਂਡ ਸੀਗੇ, ਰੇਹੜੀਦਾਰ ਵੀ, ਦੁਕਾਨਦਾਰ ਵੀ, ਤੇ ਜਿਹੜੇ ਉਹਨਾਂ ਤੋਂ ਸਮਾਨ ਖਰੀਦਦੇ, ਖਾਂਦੇ ਪੀਂਦੇ ਜੋ ਵੀ ਆ, ਉਹ ਵੀ ਉਹਨਾਂ ਤੇ ਇੰਟਰਡਿਪੈਂਡ ਸੀਗੇ। ਇਹਦਾ ਮਤਲਬ ਕਿ ਵੱਡੇ ਪੱਧਰ ਤੇ ਲੋਕਾਂ ਦਾ ਨੁਕਸਾਨ ਜ਼ਿਆਦਾ ਹੋਇਆ ਤੇ ਫਾਇਦਾ ਘੱਟ ਲੋਕਾਂ ਦਾ ਹੋਇਆ। ਅਮੀਰ ਲੋਕਾਂ ਦਾ ਤੇ ਫਾਇਦਾ ਹੋ ਗਿਆ, ਅਗਲਿਆਂ ਨੇ ਗੱਡੀਆਂ ਲੰਘਾਉਣੀਆਂ, ਫੁੱਟਪਾਥ ਵਿਹਲੇ ਹੋ ਗਏ, ਜਿੱਦਾਂ ਮਰਜ਼ੀ ਲੰਘਾਓ, ਹਨਾ, ਇਹ ਚੀਜ਼। ਸੋ ਫਿਰ ਨਿਆਂਪਾਲਿਕਾ ਨੇ ਕਿਹਾ ਵੀ ਸਾਡੇ ਦੇਸ਼ ਦੇ ਵਿੱਚ ਕਾਨੂੰਨ ਦਾ ਸ਼ਾਸਨ ਆ। ਕਾਨੂੰਨ ਦਾ ਸ਼ਾਸਨ ਮਤਲਬ ਕਿ ਜਿਹੜਾ ਕਾਨੂੰਨ ਸਾਰੇ ਨਾਗਰਿਕਾਂ ਲਈ ਸਮਾਨ ਰੂਪ ਵਿੱਚ ਕੰਮ ਕਰੇ। ਜੇਕਰ ਮਤਲਬ ਕਿ ਜੇਕਰ ਕੋਈ ਕਾਨੂੰਨ ਜਾਂ ਜੇਕਰ ਕੋਈ ਨਿਆਂ ਹੁੰਦਾ ਵਾ, ਦੋਨਾਂ ਪੱਖਾਂ ਨੂੰ ਸਾਹਮਣੇ ਰੱਖ ਕੇ ਹੁੰਦਾ ਵਾ। ਕਾਨੂੰਨ ਏਦਾਂ ਦਾ ਲਾਗੂ ਹੁੰਦਾ ਵਾ ਜਿਹਦੇ ਵਿੱਚ ਦੋਵਾਂ ਧਿਰਾਂ ਦਾ ਹੀ ਕੋਈ ਨੁਕਸਾਨ ਨਾ ਹੋਵੇ, ਇਹ ਚੀਜ਼ ਆ। ਸੋ ਮੈਨੂੰ ਉਮੀਦ ਆ ਕਿ ਤੁਹਾਨੂੰ ਇਸ ਚੀਜ਼ ਦੀ ਸਮਝ ਆ ਗਈ ਹੋਊਗੀ, ਠੀਕ ਆ। ਸੋ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਵਾ ਇਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ, ਠੀਕ ਆ। ਮੈਂ ਇੱਕ ਵਾਰੀ ਚੈੱਕ ਕਰ ਲਾਂ ਵੀ ਇਸ ਚੈਪਟਰ ਦੇ ਵਿੱਚ ਆਪਣਾ ਹੋਰ ਤਾਂ ਨਹੀਂ ਕੋਈ ਇੰਪੋਰਟੈਂਟ ਚੀਜ਼ ਰਹਿ ਗਈ। ਹਾਂ ਠੀਕ ਆ, ਚੈਪਟਰ ਆਪਣਾ ਹੋ ਗਿਆ ਫਿਨਿਸ਼। ਤੇ ਇੱਕ ਕੁਐਸਚਨ ਇੱਕ ਹੋਰ ਆ, ਸਾਨੂੰ ਸਾਡਾ ਹੁਣ ਜਿਹੜਾ ਪਿੱਛੇ ਅਪ੍ਰੈਲ ਦੇ ਵਿੱਚ 23 ਦੇ ਵਿੱਚ ਪੇਪਰ ਹੋ ਕੇ ਗਿਆ ਸੀ, ਉਹਦੇ ਵਿੱਚ ਸਾਨੂੰ ਰੋਜ਼ਾ ਪਾਰਕਸ, ਅਮਰੀਕਾ, ਅਫਰੀਕਾ ਦੇ ਸਿਵਲ ਅਧਿਕਾਰ ਪੁੱਛੇ ਗਏ ਸੀ। ਇਹਦੇ ਬਾਰੇ ਮੈਂ ਪਹਿਲਾਂ ਵੀ ਥਿਊਰੀ ਕਰਵਾ ਚੁੱਕੀ ਹਾਂ, ਤੇ ਇਸੇ ਹੀ ਪਲੇਲਿਸਟ ਦੇ ਵਿੱਚ ਆਉਣ ਵਾਲੀਆਂ ਅਗਲੀਆਂ ਵੀਡੀਓਜ਼ ਦੇ ਵਿੱਚ ਮੈਂ ਤੁਹਾਨੂੰ ਬਹੁਤ ਹੀ ਜ਼ਿਆਦਾ ਘੈਂਟ ਪੋਲੀਟੀਕਲ ਕਰਵਾਉਣ ਵਾਲੀ ਹਾਂ। ਰੋਜ਼ਾ ਪਾਰਕਸ ਬਾਰੇ ਦੱਸੂਗੀ ਵੀ ਰੋਜ਼ਾ ਪਾਰਕਸ ਕੌਣ ਸੀ, ਅਫਰੀਕਾ ਦੀ ਔਰਤ ਸੀ, ਅਮਰੀਕਾ ਦੇ ਵਿੱਚ ਉਹਦੇ ਨਾਲ ਕੀ ਵਾਪਰਿਆ, ਇਹ ਸਾਰਾ ਕੁਝ ਜਿਹੜਾ ਵਾ ਆਉਣ ਵਾਲੀਆਂ ਅਗਲੀਆਂ ਵੀਡੀਓ ਦੇ ਵਿੱਚ ਕਰਾਂਗੇ। ਇਸ ਬੁੱਕ ਦੇ ਸਿਰਫ ਆਪਣੇ 3 ਕੁ ਚੈਪਟਰ ਹੋਰ ਰਹਿ ਗਏ ਆ। ਉਸ ਤੋਂ ਬਾਅਦ ਆਪਾਂ ਜੰਪ ਕਰਨਾ ਵਾ 7ਵੀਂ ਕਲਾਸ ਦੀ ਪੋਲਿਟੀ ਤੇ। ਕਿਹੜੀ ਪੋਲਿਟੀ? NCERT ਪੋਲਿਟੀ। ਤੇ ਜੇਕਰ ਚੈਪਟਰ ਲੱਗਿਆ ਬਹੁਤ ਹੀ ਜ਼ਿਆਦਾ ਵਧੀਆ, ਕੰਟੈਂਟ ਬਹੁਤ ਹੀ ਜ਼ਿਆਦਾ ਵਧੀਆ, ਕਲਾਸ ਲੱਗੀ ਬਹੁਤ ਹੀ ਜ਼ਬਰਦਸਤ ਘੈਂਟ, ਤੇ ਕਮੈਂਟ ਕਰਕੇ ਐਪਰੀਸ਼ੀਏਟ ਜਿਹੜਾ ਵਾ ਜ਼ਰੂਰ ਕਰਿਆ ਕਰੋ। ਲਾਈਕ 100 ਤੋਂ ਟੱਪਣੇ ਚਾਹੀਦੇ ਆ, ਠੀਕ ਆ। ਇਹ ਮੈਂ ਉਮੀਦ ਲੈ ਕੇ ਚੱਲਦੀ ਆ ਅੱਜ ਵਾਲੀ ਵੀਡੀਓ ਦੇ ਵਿੱਚ ਤੁਹਾਡੇ ਕੋਲੋਂ। ਤੇ ਮਿਲਦੇ ਆ ਆਪਾਂ ਅਗਲੀ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।